ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਚਰਚਾ। ਅਮਰੀਕਨ ਇਤਿਹਾਸ ਦੇ ਵਿੱਚ ਬਹੁਤ ਕੁਝ ਨਵਾਂ ਹੋਇਆ। ਟਰੰਪ ਸਾਹਿਬ ਦੀ ਪਾਰੀ ਜਦੋਂ ਖਤਮ ਹੁੰਦੀ ਹੈ ਤਾਂ ਸ਼ਾਇਦ ਬਹੁਤਾਤ ਲੋਕਾਂ ਨੂੰ ਉੱਥੇ ਸੁੱਖ ਦਾ ਸਾਹ ਆਉਂਦਾ ਹੈ। ਫਿਰ ਕੈਪੀਟਲ ਹਿੱਲ ਦੇ ਉੱਤੇ ਜੋ ਹੋ ਜਾਂਦਾ, ਉਹਨੇ ਇੱਕ ਨਵਾਂ ਹੀ ਰੁਝੇਵਾਂ ਜਿਹੜਾ ਸੀ ਉੱਥੇ ਛੇੜ ਦਿੱਤਾ। ਕੀ ਬਦਲਾਅ ਆਏ ਨੇ ਅਮਰੀਕਾ ਦੇ ਵਿੱਚ, ਅਮਰੀਕਨ ਐਡਮਿਨਿਸਟ੍ਰੇਟਿਵ ਦੇ ਵਿੱਚ, ਅੱਜ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਸਟੂਡੀਓ ਦੇ ਵਿੱਚ ਨੇ। ਸਰ, ਤੁਹਾਡਾ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਝੰਡਾ ਬਰਦਾਰ ਹੈ, ਪਾਵਰਫੁਲ ਡੈਮੋਕ੍ਰੇਸੀ ਹੈ ਦੁਨੀਆ ਦੀ। ਪਰ ਪਿਛਲੇ ਕੁਝ ਸਮਿਆਂ ਤੋਂ ਜਦੋਂ ਦੇ ਟਰੰਪ ਸਾਹਿਬ ਚੱਲੇ ਨੇ ਤੇ ਇੰਜ ਲੱਗ ਗਿਆ ਕਿ ਅਮਰੀਕਾ ਦੇ ਵਿੱਚ ਤੇ ਭਾਰਤ ਦੇ ਵਿੱਚ ਥੋੜ੍ਹੀਆਂ ਚੀਜ਼ਾਂ ਦਾ ਫਰਕ ਹੈ। ਜੇ ਅਸੀਂ ਕਹਿ ਲਈਏ ਕਿ ਹਾਰਡਲਾਈਨਰ ਉੱਥੇ ਵੀ ਬੜੇ ਨੇ ਤੇ ਹਾਰਡਲਾਈਨਰ ਇੱਥੇ ਵੀ ਬੜੇ ਨੇ। ਪਰ ਬਿਲਕੁਲ ਖੇਰਾ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਨਾ, ਇਹ ਬਿਲਕੁਲ ਜੇ ਥਿਓਰੈਟੀਕਲੀ ਕਹਿ ਲਈਏ ਨਾ, ਸਿਧਾਂਤਕ ਤੌਰ 'ਤੇ ਕਹਿ ਲਈਏ ਜਾਂ ਬੁਨਿਆਦੀ ਤੌਰ 'ਤੇ ਕਹਿ ਲਈਏ, ਮੇਰੇ ਖਿਆਲ ਦੋਨੇ ਗੱਲਾਂ ਬਹੁਤ ਸੱਚੀਆਂ ਨੇ। ਔਰ ਟਰੰਪ ਸਾਹਿਬ ਦਾ ਅਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਹਿੰਦੁਸਤਾਨ ਦੇ, ਮੇਰੇ ਖਿਆਲ ਉਹਨਾਂ ਦਾ ਟੈਂਪਰਾਮੈਂਟ ਜੀ, ਸੋਚਣ ਦਾ ਤਰੀਕਾਕਾਰ, ਕੰਮ ਕਰਨ ਦੀ ਜਿਹੜੀ ਕਾਰਜਵਿਧੀ ਹੈ, ਉਹ ਲਗਭਗ ਇੱਕੋ ਜਿਹੀ ਰਹੀ ਹੈਗੀ। ਸਾਰੀ ਦੁਨੀਆ 'ਚ ਇਹ ਮੰਨੀ ਗਈ ਹੈ ਗੱਲ ਇਸ ਵੇਲੇ ਕਿ ਲੋਕੀ ਕਹਿੰਦੇ ਵੀ ਜੇ ਵੱਡਾ ਭਰਾ ਟਰੰਪ ਹੈ ਤਾਂ ਛੋਟਾ ਮੋਦੀ ਹੈ। ਦੋਸਤੀ ਵੀ ਲੱਗਦਾ ਇਸ ਕਰਕੇ ਪੱਕੀ, ਦੋਸਤੀ ਵੀ ਲੱਗਦਾ ਨੇ ਇਸ ਕਰਕੇ ਉਹਨਾਂ ਦੀ ਬੜੀ ਬਣੀ। ਚਲੋ ਇਹ ਗੱਲ ਵੱਖਰੀ ਹੈਗੀ। ਪਰ ਅਸੀਂ ਦੇਖਦੇ ਹਾਂ ਕਿ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਬਹੁਤ ਸਾਰੀਆਂ ਅਜਿਹੀਆਂ ਅਣਹੋਣੀਆਂ ਹੋਈਆਂ ਸੀ ਜੀ, ਜਾਂ ਇਸ ਤਰ੍ਹਾਂ ਦੀਆਂ ਹੂੜਮੱਤੀਆਂ ਕੀਤੀਆਂ ਗਈਆਂ, ਜਿਹਨੂੰ ਬਾਅਦ 'ਚ ਲੋਕਾਂ ਨੇ ਹੂੜਮੱਤੀਆਂ ਵੀ ਕਿਹਾ, ਜਿਹੜੀਆਂ ਅਮਰੀਕਨ ਸਮਾਜ 'ਚ ਬਹੁਤੀਆਂ ਪ੍ਰਚਲਿਤ ਨਾ ਕਦੇ ਹੋ ਰਹੀਆਂ ਨਹੀਂ, ਅਤੇ ਨਾ ਹੀ ਅਮਰੀਕਨ ਸਮਾਜ ਉਹਨਾਂ ਨੂੰ ਪ੍ਰਵਾਨ ਕਰਦਾ ਸੀ। ਪਰ ਫਿਰ ਵੀ ਕਿਉਂਕਿ ਇੱਕ ਰਾਸ਼ਟਰਪਤੀ ਬਣ ਗਿਆ, ਉਹਨਾਂ ਨੇ ਇੱਕ ਇਹੋ ਜਿਹੀ ਵੇਵ ਵੀ ਚਲਾਈ ਜਿਹਦੇ 'ਤੇ ਅਮਰੀਕੀ ਸਮਾਜ ਦੇ ਅੰਦਰ ਆਪਣਾ ਇੱਕ ਖਾਸ ਧੜਾ ਕਾਇਮ ਕਰ ਲਿਆ ਜੀ, ਜਿਹੜਾ ਉਹਦੀ ਸੋਚ ਨੂੰ, ਉਹਦੀਆਂ ਨੀਤੀਆਂ ਨੂੰ ਅਤੇ ਉਹਦੀ ਜਿਹੜੀ ਕੰਮ ਕਰਨ ਦੀ ਜਿਹੜੀ ਕਾਰਜ ਸ਼ੈਲੀ ਸੀ, ਉਸ ਦੇ ਅਨੁਸਾਰ ਹੋ ਕੇ ਵੀ ਚੱਲਣ ਲੱਗ ਪਿਆ ਜੀ। ਉਹ ਦੋ ਗੱਲਾਂ 'ਤੇ ਸੀ। ਇੱਕ ਤਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਬਣਨ ਲੱਗੇ ਤਾਂ ਇਹ ਨਾਅਰਾ ਦਿੱਤਾ ਸੀ ਕਿ ਅਮਰੀਕਾ ਅਮਰੀਕਨਾਂ ਲਈ ਜੀ। ਇਹਦਾ ਸਾਰ ਤੱਤ ਇਹ ਹੈ ਕਿ ਉੱਥੇ ਨਸਲ ਪ੍ਰਸਤੀ ਭੜਕਾਉਣਾ ਜੀ, ਗੈਰ ਜਮਹੂਰੀ ਤਰੀਕਾਕਾਰ ਨੂੰ ਉਤਸ਼ਾਹਿਤ ਕਰਨਾ। ਹੁਣ ਇਹ ਦੋ ਗੱਲਾਂ ਜਿਹੜੀਆਂ ਨਾ, ਅਮਰੀਕੀ ਸਮਾਜ ਦੇ ਹੁਣ ਤੱਕ ਦੇ ਜਿਹੜਾ ਵਿਚਰਨ ਸੀ, ਹੁਣ ਤੱਕ ਜਿਸ ਤਰ੍ਹਾਂ ਦਾ ਅਮਰੀਕੀ ਸਮਾਜ ਚੱਲਦਾ ਰਿਹਾ ਸੀ ਜੀ, ਜਾਂ ਅਮਰੀਕਾ ਜਿਨ੍ਹਾਂ ਕਦਰਾਂ ਕੀਮਤਾਂ ਦੇ ਉੱਤੇ ਮਾਣ ਕਰਦਾ ਰਿਹਾ ਸੀ, ਇਹ ਦੋਨੇ ਗੱਲਾਂ ਉਹਦੇ ਉਲਟ ਸੀਗੀਆਂ। ਅਤੇ ਇਹੀ ਗੱਲ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਹੀ ਜੀ ਪਹਿਲਾ ਫੈਸਲਾ ਟਰੰਪ ਨੇ ਕੀ ਲਿਆ ਸੀ ਕਿ ਮੁਸਲਿਮ ਦੇਸ਼ਾਂ ਦੇ ਬਹੁਤ ਸਾਰਿਆਂ ਦੇ ਯਾਤਰੂਆਂ ਦੇ ਅਮਰੀਕਾ 'ਚ ਐਂਟਰੀ ਦੀ ਬੰਦ ਕਰ ਦਿੱਤੀ ਸੀ, ਬੈਨ ਕਰ ਦਿੱਤੇ ਸੀ, ਉਹਨਾਂ ਨੂੰ ਵੀਜ਼ਾ ਦੇਣ ਦਾ ਔਰ ਉੱਥੇ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਸੀ ਜੀ। ਇਹ ਹੁਣ ਇੱਕ ਬੜੀ ਅਸਾਧਾਰਨ ਨਸਲ ਪ੍ਰਸਤੀ ਦੀ ਬੜੀ ਵੱਡੀ ਇੱਕ ਉਦਾਹਰਨ ਸੀਗੀ, ਕਿਉਂਕਿ ਇੱਕ ਕਿਸੇ ਚਲੋ ਇੰਡੀਵਿਜੂਅਲ ਨੂੰ ਤੁਸੀਂ ਕਰ ਸਕਦੇ ਹੋ, ਇਨ ਬਲੌਕਸ ਦੇਸ਼ਾਂ ਨੂੰ ਤੁਸੀਂ ਕਹਿੰਦੇ ਵੀ ਆਹ ਮੁਸਲਿਮ ਦੇਸ਼ ਆ, ਤੁਸੀਂ ਇੱਥੋਂ ਆਉਣੀ ਨਹੀਂ ਲੱਗਦੀ ਜੀ। ਮਤਲਬ ਇੱਦੋਂ ਵੱਡੀ ਨਸਲ ਪ੍ਰਸਤੀ ਦੀ ਮਤਲਬ ਉਗਰਵੀਂ ਮਿਸਾਲ ਨਹੀਂ ਕਿਤੇ ਤੁਹਾਨੂੰ ਮਿਲੀ ਹੋਏ ਅੱਜ ਤੱਕ। ਅੱਛਾ, ਚਲੋ ਇਹ ਤਾਂ ਗੱਲ ਹੋ ਗਈ ਕਿ ਜਦੋਂ ਉਹ ਆਏ ਨੇ ਕੀਤਾ। ਮੈਂ ਹੋਰ ਵੀ ਕੁਐਸਚਨ ਪੁੱਛਾਂਗਾ ਤੁਹਾਨੂੰ, ਪਰ ਪਹਿਲਾਂ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ। ਤੁਹਾਨੂੰ ਲੱਗਦਾ ਕਿ ਪਾਰਟੀ ਜਿਹੜੀ ਹੈ ਰਿਪਬਲਿਕ ਪਾਰਟੀ, ਇਹ ਵੀ ਕੈਪਚਰ ਕਰ ਲਈ ਹੈ? ਬਿਲਕੁਲ, ਕਿਉਂਕਿ ਤੁਸੀਂ ਦੇਖੋ ਜੇ ਉਹਦੇ ਨਾਂ ਕੀਤਾ ਹੁੰਦਾ ਨਾ ਇਹ, ਤਾਂ ਮੇਰੇ ਖਿਆਲ 'ਚ ਜੇ ਹੁਣ ਵੀ ਦੇਖੀਏ ਨਾ ਆਪਾਂ, ਹੁਣ ਉਹ ਵੋਟਾਂ ਦੇ ਪੱਖੋਂ ਬਹੁਤਾ ਥੱਲੇ ਨਹੀਂ ਗਿਆ ਹੈਗਾ ਜੀ। 47% ਦੇ ਕਰੀਬ ਉਹਨੂੰ ਵੋਟਾਂ ਹੁਣ ਵੀ ਪਈਆਂ ਨਹੀਂ। ਇਹਦਾ ਮਤਲਬ ਅਮਰੀਕਨ ਸਮਾਜ ਦੇ ਵਿੱਚ ਉਹਦੀ ਵਿਚਾਰਧਾਰਾ ਦਾ, ਉਹਦੀ ਸੋਚ ਦਾ ਜਾਂ ਉਹਦੀ ਕਾਰਜਸ਼ੈਲੀ ਦਾ ਇੰਨਾ ਪ੍ਰਭਾਵ ਪੈ ਗਿਆ ਕਿ 4 ਸਾਲਾਂ 'ਚ ਉਹਨੇ ਅਮਰੀਕਾ ਦੇ ਸਿਸਟਮ ਨੂੰ ਵਿਗਾੜ ਕੇ ਰੱਖ ਦਿੱਤਾ ਹੈਗਾ। ਮੇਜਰ ਜੀ, ਮੇਰਾ ਸਵਾਲ ਇਸ ਤਰੀਕੇ ਨਾਲ, ਕਿਉਂਕਿ ਅੱਜ ਇੰਪੀਚਮੈਂਟ ਦੀ ਸੁਣਵਾਈ ਉੱਥੇ ਸ਼ੁਰੂ ਹੋ ਗਈ ਜੀ, ਔਰ ਲਗਾਤਾਰ ਜਿਹੜੇ ਉਹਦੇ ਵਿਰੋਧ 'ਚ ਬੋਲ ਰਹੇ ਸੀ, ਜਿਹੜੇ ਰਿਪਬਲਿਕਨ ਪਾਰਟੀ ਦੇ, ਅਤੇ ਉਹਨਾਂ ਦੇ ਨਾਲ ਹੁਣ ਵਿਤਕਰਾ ਵੀ ਹੋਣਾ ਸ਼ੁਰੂ ਹੋ ਗਿਆ ਵੀ ਨਹੀਂ ਜੀ, ਤੁਸੀਂ ਤਾਂ ਟਰੰਪ ਦੇ ਲਈ ਬੋਲਣਾ, ਟਰੰਪ ਦੇ ਖਿਲਾਫ ਨਹੀਂ ਬੋਲ ਸਕਦੇ। ਸੋ ਉਹਨਾਂ ਦੇ ਉਹਦੇ ਮੁੰਡੇ ਦਾ ਵੀ ਇੱਕ ਬਿਆਨ ਆਉਂਦਾ ਹੈ ਕਿ ਉਹ ਕਹਿੰਦਾ ਜੀ ਪਾਰਟੀ ਇਜ਼ ਨਾਟ ਓਨਲੀ ਬਿਲੋਂਗਸ ਟੂ ਯੂ, ਨਾਓ ਟਰੰਪ ਪਾਰਟੀ ਬਿਲੋਂਗਸ ਟੂ ਟਰੰਪ। ਤਾਂ ਫਿਰ ਮੈਂ ਇਹ ਪੁੱਛ ਰਿਹਾ ਕਿ ਪਾਰਟੀ ਇਹ ਉਹ ਦੇਖੋ, ਇਹ ਹਰ ਗੱਲ ਦੀ ਨਾ ਫਿਰ ਆਪਣੀ ਇੱਕ ਥਰਸਟ ਹੁੰਦੀ ਹੈਗੀ ਜੀ। ਜਦੋਂ ਕੋਈ ਪਾਲਿਸੀ ਲੈ ਕੇ ਆਉਂਦਾ ਨਾ, ਜਦੋਂ ਉਹ ਸਾਰਾ ਕੁਝ ਆਪਣੇ ਦੁਆਲੇ ਸੈਂਟਰਲਾਈਜ਼ ਕਰ ਲਿਆ ਸੀ ਟਰੰਪ ਨੇ, ਜਿਵੇਂ ਕਿਸੇ ਵੇਲੇ ਸਾਡੇ ਹਿੰਦੁਸਤਾਨ 'ਚ ਹੋਇਆ ਸੀ, ਜਦੋਂ ਇੱਥੇ ਐਮਰਜੈਂਸੀ ਲੱਗੀ ਸੀ ਜੀ, ਤਾਂ ਉਦੋਂ ਕਿਹਾ ਸੀ ਕਿ ਕਾਂਗਰਸ ਇਜ਼ ਇੰਡੀਆ, ਇੰਡੀਆ ਇਜ਼ ਕਾਂਗਰਸ, ਇੰਦਰਾ ਇਜ਼ ਕਾਂਗਰਸ ਐਂਡ ਇੰਦਰਾ ਇਜ਼ ਇੰਡੀਆ। ਮਤਲਬ ਇਹ ਦੋ ਮਸ਼ਹੂਰ ਹੋ ਗਈਆਂ ਸੀ ਗੱਲਾਂ। ਹੁਣ ਇਸੇ ਤਰੀਕੇ ਹੋਇਆ ਸੀ, ਉਹ ਟਰੰਪ ਵੀ ਸਮਝਣ ਲੱਗਾ ਸੀ ਵੀ ਟਰੰਪ ਮੀਨ ਅਮਰੀਕਾ ਅਤੇ ਅਮਰੀਕਾ ਮਤਲਬ ਟਰੰਪ, ਇਸ ਕਰਕੇ ਉਹ ਜਾ ਵੀ ਨਹੀਂ ਰਹੇ ਸੀ। ਇਸ ਕਰਕੇ ਨਾ ਇਹ ਜਿਹੜਾ ਇਹ ਆਵਾਜ਼ ਆ ਰਹੀ ਹੈ ਨਾ ਉਹਦੇ ਪੁੱਤਰਾਂ ਵੱਲੋਂ ਕਿ ਟਰੰਪ ਪਾਰਟੀ ਵੀ ਹੈ ਅਤੇ ਪਾਰਟੀ ਟਰੰਪ ਲਈ ਹੈ ਜੀ। ਹੁਣ ਇਹ ਜਿਹੜੀ ਹੈਗੀ ਹੈ, ਇਹ ਧਾਰਨਾ ਹੀ ਗਲਤ ਅਸਲ 'ਚ। ਇਹ ਡੈਮੋਕ੍ਰੇਸੀ ਦੀ
ਜਮਹੂਰੀਅਤ ਦੀ ਜੜ੍ਹਾਂ 'ਚ ਤੇਲ ਦੇਣ ਦੀ ਸ਼ੁਰੂਆਤ ਹੁੰਦੀ ਹੈ ਜਿੱਥੋਂ, ਉਹ ਹੈ ਹਿਲ 'ਚ। ਹੁਣ ਇਹਦੀ ਆਪਾਂ ਗੱਲ ਕਰ ਰਹੇ ਸੀ ਨਾ ਵੀ ਟਰੰਪ ਨੇ ਜਿੱਥੇ ਸਾਰਾ ਸ਼ੁਰੂ ਕੀਤਾ ਸੀ ਕੰਮ, ਤੇ ਬਾਈਡਨ ਨੇ ਵੀ ਲੱਗਦਾ ਕਿ ਨਸਲ ਪ੍ਰਸਤੀ ਦੇ ਤੇ ਜਮਹੂਰੀਅਤ ਦੇ ਖਿਲਾਫ ਲੜਨ ਲਈ ਉੱਥੇ ਹੀ ਸ਼ੁਰੂ ਕੀਤਾ ਕੰਮ ਜੀ। ਉਹਨੇ ਵੀ 20 ਤਰੀਕ ਨੂੰ ਸਹੁੰ ਚੁੱਕਦੇ ਹੀ 21 ਨੂੰ ਜਿਹੜੇ ਕਾਰਜਕਾਰੀ ਫੈਸਲੇ ਕੀਤੇ ਨਾ, ਜਿਹੜੇ ਫੈਸਲਿਆਂ 'ਤੇ ਦਸਤਖਤ ਕੀਤੇ, ਉਹਦੇ 'ਚ ਸਭ ਤੋਂ ਵੱਡਾ ਤੇ ਅਹਿਮ ਫੈਸਲਾ ਸੀਗਾ ਕਿ ਕਿਸੇ ਵੀ ਦੇਸ਼ ਦੇ ਉੱਤੇ ਇਨ ਬਲੌਕ ਪਾਬੰਦੀ ਨਹੀਂ ਹੋਊਗੀ, ਜਾਂ ਮੁਸਲਿਮ ਦੇਸ਼ਾਂ ਦੇ ਉੱਤੇ ਯਾਤਰੀਆਂ ਦੇ ਉੱਤੇ ਲਾਈ ਗਈ ਪਾਬੰਦੀ ਖਤਮ ਕਰਨਾ ਸੀਗਾ। ਮੈਂ ਵੀ ਸੁਣਿਆ ਸੀ ਕਿ ਮਿਲਟਰੀ ਫੋਰਸਿਸ ਦੇ ਵਿੱਚ ਟਰਾਂਸਜੈਂਡਰ ਸੀਗੇ, ਉਹ ਵੀ ਬੈਨ ਕੀਤੇ ਹੋਏ ਸੀਗੇ ਟਰੰਪ ਸਾਹਿਬ ਨੇ। ਹਾਂ, ਇਹ ਇੱਕ ਬਹੁਤ ਵੱਡੀ ਸੀ ਇੰਟਰਨੈਸ਼ਨਲ ਲੈਵਲ 'ਤੇ। ਇੱਕ ਤਾਂ ਇਹ ਹੋਈ, ਇਸ ਨਾਲ ਕੀ ਹੋਇਆ, ਹੁਣ ਇੱਕ ਮੈਸੇਜ ਗਿਆ ਕਿ ਅਮਰੀਕਾ ਲਈ ਮੁਸਲਿਮ ਕੰਟਰੀ ਦੇ ਦਰਵਾਜ਼ੇ ਵੀ ਬੰਦ ਨਹੀਂ ਹੈਗੇ ਜੀ। ਉਹ ਇੱਕ ਨਾਲ ਦੂਜੇ ਨਾਲ ਦਵੱਲੇ ਗੱਲਬਾਤ ਵੀ ਕਰਨਗੇ, ਅੱਛੇ ਸੰਬੰਧ ਵੀ ਬਣਾਉਣਗੇ, ਇੱਕ ਦੂਜੇ ਨਾਲ ਲੈਣ ਦੇਣ ਵੀ ਉਹਦਾ ਵਧੂਗਾ। ਇਹ ਇੱਥੋਂ ਤੱਕ ਹੀ ਸੀਮਿਤ ਨਹੀਂ ਕਿ ਪਾਬੰਦੀ ਖਤਮ ਹੋ ਗਈ ਜੀ, ਇਹ ਹੁਣ ਅੱਗੇ ਵੀ ਵਧਣੀ ਹੈਗੀ। ਇੱਕ ਤਾਂ ਇਹ ਹੈ ਕਿ ਇੰਟਰਨੈਸ਼ਨਲ ਲੈਵਲ 'ਤੇ ਜੀ ਜਿਹੜੀ ਸਾਰੀ ਜਿਹੜੀ ਅਮਰੀਕਾ ਦੀ ਜਿਹੜੀ ਸੀਗੀ ਵਿਦੇਸ਼ ਨੀਤੀ, ਉਹ ਹੁਣ ਲੱਗਦਾ ਮੁੜ ਘੜੀ ਜਾਊਗੀ ਜਾਂ ਮੁੜ ਵਿਚਾਰੀ ਜਾਊਗੀ। ਤੇ ਉਹਦੇ ਨਾਲ ਇਹ ਵੀ ਇਹਨਾਂ ਦੇਸ਼ਾਂ ਪ੍ਰਤੀ ਉੱਥੇ ਵਪਾਰਕ ਸੰਬੰਧ, ਰਾਜਨੀਤਿਕ ਸੰਬੰਧ, ਡਿਪਲੋਮੈਟਿਕ ਸੰਬੰਧ, ਇਹਨਾਂ ਸਾਰਿਆਂ 'ਚ ਤਬਦੀਲੀਆਂ ਆਉਣਗੀਆਂ। ਇੱਕ ਤਾਂ ਇਹ ਬਹੁਤ ਵੱਡਾ ਇੱਕ ਵਿਦੇਸ਼ ਨੀਤੀ ਦੇ ਵਿੱਚ ਵੱਡਾ ਫਰਕ ਹੈ। ਇਹਨੂੰ ਕਹਿ ਲਿਆ ਕਿ ਸਕਾਰਾਤਮਕ ਹੈ, ਪੋਜ਼ਿਟਿਵ ਹੈ। ਹਾਂ, ਪੋਜ਼ਿਟਿਵ ਹੈ ਇਹਦੇ ਨਾਲ। ਇਹ ਨਹੀਂ, ਇਹੀ ਤਾਂ ਹੈਗਾ ਕਿ ਇਹ ਉੱਥੋਂ ਦੀ ਨਸਲਪ੍ਰਸਤੀ ਔਰ ਗੈਰ ਜਮਹੂਰੀ ਅਮਲ ਜਿਹੜਾ ਸ਼ੁਰੂ ਕੀਤਾ ਸੀ ਟਰੰਪ ਦਾ, ਉਸ ਨੂੰ ਕਰਟੇਲ ਕਰਨ ਦਾ, ਉਹਨੂੰ ਘਟਾਉਣ ਦਾ ਔਰ ਖਤਮ ਕਰਨ ਦਾ ਇੱਕ ਸਟੈਪ ਹੈ ਜਿੱਥੋਂ ਉਹਨੇ ਸ਼ੁਰੂ ਕੀਤਾ ਜੀ। ਦੂਸਰੀ ਗੱਲ ਜਿਹੜੀ ਨਾਲ ਪਿਛਲੇ ਸਮੇਂ 'ਚ ਅਮਰੀਕਾ ਦੀ ਹੇਠੀ ਹੋਈ ਜੀ ਔਰ ਕਿਰਕਰੀ ਵੀ ਹੋਈ ਵਰਲਡ ਪੱਧਰ 'ਤੇ, ਉਹ ਸੀਗਾ ਕਿ ਕਰੋਨਾ ਮਹਾਮਾਰੀ ਦੇ ਮਾਮਲੇ 'ਚ ਟਰੰਪ ਸਾਹਿਬ ਨੇ ਬੜਾ ਸਖਤ ਸਟੈਂਡ ਲੈ ਲਿਆ ਜੀ ਕਿ ਜੀ ਕਰੋਨਾ ਬਿਮਾਰੀ ਕੋਈ ਨਹੀਂ, ਇਹ ਤਾਂ ਅਮਰੀਕਾ ਦੀ ਆਪਣੇ ਚੀਨ ਦੀ ਸਾਜ਼ਿਸ਼ ਹੈ ਅਮਰੀਕਾ ਦੇ ਖਿਲਾਫ ਜੀ, ਤੇ ਇਸ ਕਰਕੇ ਉਹਦੀ ਸਾਜ਼ਿਸ਼ ਨੂੰ ਅਸੀਂ ਨੰਗਾ ਕਰਨਾ ਹੈ। ਉਹ ਜਦੋਂ ਜਿਹਨੇ ਵੀ ਕਿਹਾ, ਜਿਵੇਂ ਹਿੰਦੁਸਤਾਨ 'ਚ ਨਾ ਮੋਦੀ ਦਾ, ਕਿ ਉਹਦਾ ਕਿਸੇ ਫੈਸਲਾ ਕਿਹੜਾ ਵਿਰੋਧ ਕਰਦੇ, ਉਹ ਕਹਿੰਦਾ ਇਹ ਦੇਸ਼ ਵਿਰੋਧੀ ਹੈ ਜੀ। ਬਿਲਕੁਲ ਆਪਣੀ ਸਟੇਟਮੈਂਟ ਨੂੰ ਸਹੀ ਕਰ। ਇਹੀ ਕੀ ਹੋਇਆ ਜਦੋਂ ਚੀਨ ਦੇ ਇਸ ਜਿਹੜਾ ਇੱਕ ਹੈਗਾ ਟਰੰਪ ਨੇ ਕਿ ਜੀ ਚੀਨ ਦੀ ਸਾਜ਼ਿਸ਼ ਹੈ ਜੀ, ਇਹ ਕੋਈ ਕਰੋਪੀ ਨਹੀਂ ਔਰ ਨਾ ਇਹ ਵਾਇਰਸ ਹੈਗਾ, ਇਹ ਤਾਂ ਚੀਨ ਦਾ ਛੱਡਿਆ ਹੋਇਆ ਇੱਕ ਬਿਮਾਰੀ ਦਾ ਤੱਤ ਹੈ। ਤਾਂ ਇਸ ਗੱਲ ਨੂੰ WHO ਦੀ ਵਰਲਡ ਦੀ ਹੈਲਥ ਆਰਗੇਨਾਈਜੇਸ਼ਨ ਉਸ ਨੇ ਪ੍ਰਵਾਨ ਨਹੀਂ ਕੀਤਾ। ਤਾਂ ਟਰੰਪ ਸਾਹਿਬ ਨੂੰ ਇੰਨਾ ਗੁੱਸਾ, ਉਹ ਕਹਿੰਦਾ ਅਸੀਂ ਤੁਹਾਡੇ ਵਿੱਚ ਨਹੀਂ ਰਹਿਣਾ ਹੈਗਾ। ਨਮਲ ਹਾਲਾਂਕਿ ਦੇਖੋ WHO ਜਿਹੜੀ ਉਹ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਜੀ, ਔਰ ਉਹਦੇ ਰਾਹੀਂ ਦੁਨੀਆ ਭਰ 'ਚ ਜਿਹੜੀਆਂ ਉਹ ਮੈਡੀਸਨ ਦਾ, ਦਵਾਈਆਂ ਵੇਚਣ ਦਾ ਕਾਰੋਬਾਰ ਅਮਰੀਕਨ ਵੱਡੀਆਂ ਕੰਪਨੀਆਂ ਕਰਦੀਆਂ ਨੇ ਜੀ। ਇਹ ਅਮਰੀਕਾ ਦੇ ਹਿੱਤਾਂ ਨੂੰ ਜਾਂ ਉਸ ਦੀਆਂ ਵੱਡੀਆਂ ਕੰਪਨੀਆਂ ਦੇ ਹਿੱਤਾਂ ਨੂੰ ਸੱਟ ਮਾਰਨ ਦੀ ਇੱਕ ਬੜੀ ਵੱਡੀ ਗੱਲ ਸੀਗੀ। ਪਰ ਟਰੰਪ ਨੇ ਆਪਣੀ, ਕਿਉਂਕਿ ਅੜੀਅਲ ਸੁਭਾਅ ਸੀ, ਉਹ ਫੈਸਲਾ ਲੈ ਲਿਆ। ਇਸ ਨਾਲ ਅਮਰੀਕਾ ਦੇ ਅੰਦਰੋਂ ਵੀ ਵਿਰੋਧ ਹੋਇਆ ਔਰ ਬਾਹਰੋਂ ਦੁਨੀਆ 'ਚ ਹੋਇਆ ਕਿ ਇੱਕ ਐਡੀ ਵੱਡੀ ਦੁਨੀਆ ਦੀ ਸਿਹਤ ਸੰਸਥਾ ਹੈ, ਉਹਦੇ 'ਚੋਂ ਤੁਸੀਂ ਲੱਤ ਮਾਰ ਕੇ ਬਾਹਰ ਆ ਜਾਓ। ਔਰ ਖ਼ਾਸ ਤੌਰ 'ਤੇ ਅਮਰੀਕਾ ਜਿਹੜਾ ਇਸ ਨੂੰ ਖੜੀ ਕਰਨ ਦਾ ਸਭ ਤੋਂ ਪਹਿਲਾ ਵਿਅਕਤੀ ਸੀਗਾ ਜੀ, ਪਹਿਲਾ ਦੇਸ਼ ਸੀ, ਤਾਂ ਉਹ ਇਹਦਾ ਜਾਵੇ, ਇਸ ਨਾਲ ਬੜੀ ਜਿਹੜਾ ਉਹ ਹੇਠੀ ਹੋਈ ਸੀਗੀ। ਤਾਂ ਹੁਣ ਕਿਉਂਕਿ ਇਹ ਸਾਰੇ ਪੀੜ 'ਚ ਬਾਵਜੂਦ ਸਾਰਾ ਕੁਝ ਕਰਨ ਦੇ ਜਿਹੜੇ ਟਰੰਪ ਹੈ ਉਹਦੀਆਂ ਨੀਤੀਆਂ ਕਾਮਯਾਬ ਨਹੀਂ ਹੋਈਆਂ ਚੀਨ ਨੂੰ ਪਛਾੜਨ ਦਾ, ਜਾਂ ਚੀਨ ਨੂੰ ਆਈਸੋਲੇਟ ਕਰਨ ਦਾ, ਜਾਂ ਉਹਨੂੰ ਨੁਕਸਾਨ ਪਹੁੰਚਾਉਣ ਦਾ ਜੀ। ਹੁਣ ਇਸ ਗੱਲ ਨੂੰ ਲੱਗਦਾ ਕਿ ਬਾਈਡਨ ਨੇ ਆ ਕੇ ਇਹ ਜਿਹੜੀ ਇਸ ਪੱਧਰ ਦੀ ਪਾਲਿਸੀ ਹੈ ਉਹ ਵੀ ਰੱਦ ਕੀਤੀ ਹੈ, ਅਤੇ ਉਹਨੇ ਫੈਸਲਾ ਕਰਤਾ ਕਿ ਜਿਹੜੇ ਅਮਰੀਕਾ ਹੈ ਉਹ ਉਸੇ ਤਰ੍ਹਾਂ WHO ਦਾ ਭਾਗ ਬਣਿਆ ਰਹੇਗਾ ਪਹਿਲਾਂ ਸੀਗਾ। ਵਾਕਈ ਇੱਦਾਂ ਲੱਗਦਾ, ਕਿਉਂਕਿ ਜਿਵੇਂ ਜਿੰਨਾ ਮਰਜ਼ੀ ਇਹਨਾਂ ਨੇ ਕ੍ਰਿਟੀਸਾਈਜ਼ ਕਰ ਲਿਆ ਚਾਈਨਾ ਨੂੰ, ਔਰ ਹੁਣ ਜੇ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਚਾਈਨਾ ਇੱਕ ਨੰਬਰ 'ਤੇ ਆ ਔਰ ਜਿਹੜਾ ਅਮਰੀਕਾ ਉਹ ਥੱਲੇ ਚਲੇ ਗਿਆ। ਅੱਛਾ, ਮੇਰੀ ਗੱਲ ਇੱਕ ਇਹ ਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਟਰੰਪ ਸਾਹਿਬ ਹੋਣਾ ਦੀ ਅਤੇ ਰਿਪਬਲਿਕਨ ਪਾਰਟੀ ਦੀ, ਅਤੇ ਉਹਨਾਂ ਦਾ ਵੋਟ ਬੈਂਕ ਜਿਹੜਾ ਮੈਂਡੇਟ ਹੈ ਉਹਨਾਂ ਕੋਲ ਬਹੁਤ ਜ਼ਿਆਦਾ, ਜਦੋਂ ਤੁਸੀਂ ਕਿਹਾ 47% ਉਹਨਾਂ ਕੋਲ ਮੈਂਡੇਟ ਹੈ, ਤੁਹਾਨੂੰ ਲੱਗਦਾ ਕਿ ਜਿਹੜੇ ਫਾਸ਼ੀਵਾਦੀ ਸੋਚ ਹੁੰਦੀ ਹੈ ਉਹ ਇਹੀ ਹੈ? ਨਹੀਂ, ਬਿਲਕੁਲ ਇਹੀ ਤਾਂ ਹੁੰਦੀ ਹੈ, ਪਰ ਹੁਣ ਬਾਈਡਨ ਦਾ ਵੀ ਇਹੀ ਯਤਨ ਹੈ ਨਾ, ਕਿਉਂਕਿ ਉਹਨੇ ਜਿਹੜਾ ਪਹਿਲੇ ਦਿਨ ਆ ਕੇ ਬਿਆਨ ਤਾਂ ਸੀ ਨਾ, ਜਿੱਦੇ ਉਹ ਜਿੱਤ ਦੀ ਐਲਾਨੀ ਗਈ ਹੈ ਜੀ, ਉਸ ਦਿਨ ਉਹਨਾਂ ਨੇ ਪਹਿਲੇ ਦਿਨ ਇਹ ਦਿੱਤਾ ਸੀ ਕਿ ਅਸੀਂ ਅਮਰੀਕਾ ਦੇ ਵਿੱਚ ਏਕਤਾ ਅਤੇ ਖੁੱਲ੍ਹਾਪਣ ਲੈ ਕੇ ਆਉਣਾ ਹੈਗਾ ਜੀ। ਉਹਦਾ ਮਤਲਬ ਇਹ ਸੀ ਕਿ ਜਿਹੜਾ ਗੈਰ ਜਮਹੂਰੀ ਪ੍ਰਚਲਨ ਹੋਇਆ ਪਿਛਲੇ 4 ਸਾਲ, ਜਾਂ ਜਿਹੜਾ ਇੱਥੇ ਫਾਸ਼ੀਵਾਦੀ ਨਸਲਵਾਦੀ ਰੁਝਾਨ ਪੈਦਾ ਹੋਇਆ, ਉਹ ਪਨਪੇ ਨੇ, ਉਹਨਾਂ ਨੂੰ ਦੱਬਣਾ, ਉਹਨੂੰ ਘਟਾਉਣਾ, ਉਹ ਲੋਕਾਂ ਨੂੰ ਦੇ ਮਨਾਂ ਨੂੰ ਸ਼ਾਂਤ ਕਰਨਾ, ਉਹ ਕੱਢ ਕੇ ਨੂੰ ਚਾਹ। ਮੈਂ ਇਹ ਕਹਿ ਰਿਹਾ ਕਿ ਕਿਉਂਕਿ 47% ਮੈਂਡੇਟ ਜੇ ਗਈ ਹੈ ਟਰੰਪ ਦੇ ਕੋਲ, ਹਾਰਡਲਾਈਨਰ ਬਹੁਤ ਨੇ। ਜੇ ਪ੍ਰਾਊਡ ਬॉयਜ਼ ਦੀ ਗੱਲ ਕਰੀਏ, ਇੱਦਾਂ ਦੇ ਬੜੇ ਪ੍ਰਾਊਡ ਬॉयਜ਼ ਨੇ ਜਿਹੜੇ ਸਾਹਮਣੇ ਵੀ ਨਹੀਂ ਆਏ ਹਲੇ ਜੀ, ਤੇ ਇਹ ਫਾਸ਼ੀਵਾਦੀ ਹਲੇ ਖਤਰਾ ਹੋ ਸਕਦੇ ਨੇ। ਬਿਲਕੁਲ ਇਹ ਤਾਂ ਮੈਂ ਕਹਿ ਰਿਹਾ ਕਿ ਜਿਹੜਾ ਟਰੰਪ ਨੇ ਇਹ ਕਿਹਾ ਕਿ ਅੱਜ ਸਾਡੇ ਲਈ
ਅਟਮੋਸਟ ਜੀ ਸਭ ਤੋਂ ਪਹਿਲਾ ਕੰਮ ਕੀ ਹੈ? ਅਮਰੀਕਾ ਦੀ ਏਕਤਾ। ਜੀ ਕਿਉਂਕਿ ਅਮਰੀਕਾ ਪਿਛਲੇ ਸਾਲਾਂ 'ਚ ਖੇਰੂ ਕਰ ਦਿੱਤਾ ਹੈਗਾ ਵੱਖ-ਵੱਖ ਮੁੱਦਿਆਂ ਉੱਤੇ। ਉਹਨਾਂ ਨੇ ਕਿਹਾ ਕਿ ਇਹਨੂੰ ਇੱਕ ਸੂਈ 'ਚ ਪਰੋਣਾ, ਜੀ ਇੱਕ ਧਾਗੇ 'ਚ ਪਰੋਣਾ। ਉਸ ਦੇ ਨਾਲ ਫਿਰ ਕੀ ਹੈ? ਇਹਦੀਆਂ ਬੁਨਿਆਦਾਂ ਨੂੰ ਮਜ਼ਬੂਤ ਕਰਨਾ, ਜਿਹੜੀਆਂ ਹਿੱਲ ਗਈਆਂ ਕਦਰਾਂ ਕੀਮਤਾਂ ਨੂੰ ਬਹਾਲ ਕਰਨਾ। ਜੀ ਹੁਣ ਇਹ ਦੋਏ ਗੱਲਾਂ ਦੀ ਮਜ਼ਬੂਤੀ ਲਈ ਟਰੰਪ ਦੇ ਜੇ ਦੇਖਿਆ ਜਾਂਦਾ ਵੀ ਜਿੰਨੇ ਵੀ ਕਾਰਜਕਾਰੀ ਫੈਸਲੇ ਆ ਰਹੇ ਆ, ਉਹ ਇਸ ਵੱਲ ਨੂੰ ਸਿੱਧਤ ਹੈਗੇ ਜੀ ਕਿ ਟਰੰਪ ਦੀਆਂ ਪਾਲਿਸੀਆਂ ਨੂੰ ਰੱਦ ਕਰਕੇ ਖੁੱਲ੍ਹਾ ਪੜ ਲਿਆ ਇਸ ਸਮਾਜ ਦੇ ਵਿੱਚ ਔਰ ਏਕਤਾ ਬਣਾਈਏ। ਜੀ ਉਹਦੇ 'ਚ ਇਹ ਗੱਲ ਕਰਨ ਨਾਲ ਕੀ ਹੁੰਦਾ ਹੈ, ਜਦੋਂ WHO 'ਚ ਵਾਪਸ ਗਏ ਨਾ ਉਹ, ਤਾਂ WHO 'ਚ ਵਾਪਸ ਜਾਣ ਦਾ ਮਤਲਬ ਅਮਰੀਕਾ ਦਾ ਸਿੰਪਲ ਫੈਸਲਾ ਨਹੀਂ ਹੈਗਾ ਇਹ। ਇਹਦਾ ਮਤਲਬ ਹੈ ਕਿ ਜਿਹੜੀ ਕੋਲਡ ਵਾਰ ਜੀ ਚੀਨ ਦੇ ਨਾਲ ਚੱਲ ਰਹੀ ਹੈ, ਉਸ ਪ੍ਰਤੀ ਜੋ ਦ੍ਰਿਸ਼ਟੀਕੋਣ, ਜੀ ਜੋ ਪਲੈਨਿੰਗ ਟਰੰਪ ਹੋਰਾਂ ਦੇ ਵੇਲੇ ਸੀਗੀ, ਉਹ ਬਾਈਡਨ ਨੂੰ ਸੂਤ ਨਹੀਂ ਬੈਠ ਰਹੀ। ਜੀ ਉਹਨੂੰ ਲੱਗਦਾ ਕਿ ਇਹ ਗਲਤ ਹੈਗੀ। ਉਹਦੇ 'ਚ ਵੱਡੀਆਂ ਤਬਦੀਲੀਆਂ ਹੋਣ ਦੇ ਅਸਾਰ ਸਾਹਮਣੇ ਆ ਗਏ ਹੈ, ਜੀ ਕਿਉਂਕਿ ਬਾਈਡਨ ਨੇ ਹੁਣ ਜਿੱਤਿਆਂ ਨੂੰ 2-2.5 ਮਹੀਨੇ ਹੋ ਗਏ ਅਤੇ ਉਹਦਾ ਸੰਭਾਲਿਆਂ ਦੇ ਵੀ 3.5 ਹਫ਼ਤੇ ਹੋ ਗਏ ਨੇ। ਬਿਲਕੁਲ ਉਹਨਾਂ ਨੇ ਅਜੇ ਤੱਕ ਚੀਨ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਜਿਹਦੇ ਨਾਲ ਇਹ ਲੱਗਦਾ ਹੋਵੇ ਕਿ ਉਹਨਾਂ ਦਾ ਪਹਿਲਾ ਟਾਰਗੇਟ ਚੀਨ ਹੈਗਾ। ਚੀਨ ਹੈਗਾ। ਹਾਂ, ਉਹਨੇ ਇੰਨਾ ਕੁ ਜ਼ਰੂਰ ਦਿੱਤਾ ਪਰਸੋਂ ਬਿਆਨ ਜਾਂ 3 ਦਿਨ ਪਹਿਲਾਂ ਕਿ ਦੁਨੀਆ ਦੇ ਵਿੱਚ ਤਾਨਾਸ਼ਾਹੀ ਰੁਝਾਨ ਵਧ ਰਹੇ ਹੈ। ਜੀ ਇਹ ਡੈਮੋਕ੍ਰੇਸੀ ਲਈ, ਦੁਨੀਆ ਦੇ ਵਿਕਾਸ ਲਈ ਬੇਹੱਦ ਖਤਰਨਾਕ ਹੈ। ਇਹ ਘਟਨੇ ਚਾਹੀਦੇ, ਇਹਨੂੰ ਕਰਟੇਲ ਕੀਤਾ ਜਾਣਾ ਚਾਹੀਦਾ ਹੈ। ਜੀ ਹਾਂ, ਉਹ ਤਾਂ ਸਾਫ਼ ਹੈਗਾ ਵੀ ਉਹ ਚੀਨ, ਰੂਸ ਤੇ ਹਿੰਦੁਸਤਾਨ ਬਾਰੇ ਕਹਿ ਰਿਹਾ ਸੀਗਾ, ਭਾਵੇਂ ਉਹਨੇ ਇਸ਼ਾਰਾ ਤਾਂ ਕੀਤਾ ਪਰ ਨਾ ਕਿਸੇ ਦਾ ਨਹੀਂ ਲਿਆ ਹੈਗਾ। ਪਰ ਦੁਨੀਆ ਸਮਝਦੀ ਹੈ ਕਿ ਇਸ਼ਾਰਾ ਇੱਧਰ ਨੂੰ ਆਉਂਦਾ। ਵਾਕਈ ਤਾਂ ਜੇ ਇੱਧਰ ਨੂੰ ਇਸ਼ਾਰਾ ਨਾ, ਇਹਦਾ ਮਤਲਬ ਹੈ ਫਿਰ ਉਹ ਆਪਣੀਆਂ ਜਿਹੜੀਆਂ ਪਾਲਿਸੀਜ਼ ਨਾ, ਜੀ ਉਹ ਚੀਨ ਪ੍ਰਤੀ ਜਾਂ ਦੂਜਿਆਂ ਪ੍ਰਤੀ ਪਹਿਲਾਂ ਵਾਲੀਆਂ ਟਰੰਪ ਵਾਲੀਆਂ ਨਹੀਂ ਕਰਨਾ ਚਾਹੁੰਦੇ। ਉਹ ਇਹਨਾਂ ਨੂੰ ਕਿਸੇ ਹੋਰ ਲੈਵਲ 'ਤੇ ਲੈਣਾ ਚਾਹੁੰਦੇ। ਹਾਲਾਂਕਿ ਚੀਨ ਨੂੰ ਦੁਸ਼ਮਣ ਤਾਂ ਮੰਨਣਾ ਹੀ ਮੰਨਣਾ ਅਮਰੀਕਾ ਨੇ, ਜੀ ਕਿਉਂਕਿ ਆਰਥਿਕ ਖੇਤਰ 'ਚ ਚੀਨ ਔਰ ਅਮਰੀਕਾ ਦੀ ਆਪਸੀ ਵਿਰੋਧ ਜਾਂ ਆਪਸੀ ਟਕਰਾਅ ਐਡਾ ਵੱਡਾ ਹੈ ਕਿ ਇੱਕ ਦੂਜੇ ਨਾਲ ਰੀਕਨਸੀਲੀਏਸ਼ਨ 'ਚੋਂ ਆ ਹੀ ਨਹੀਂ ਸਕਦੇ, ਜੀ ਜਾਂ ਇੱਕ ਦੂਜੇ ਨਾਲ ਮਿਲ ਕੇ ਚੱਲਣ ਦੀ ਉਹ ਖੇਡ ਨਹੀਂ ਖੇਡ ਸਕਦੇ ਹੈਗੇ। ਜੀ ਇਹ ਪੋਸੀਬਲ ਨਹੀਂ ਹੈਗਾ, ਮਤਲਬ ਜਿਸ ਤਰ੍ਹਾਂ ਦੇ ਇੰਟਰਸਟ ਬਣ ਗਏ ਵਰਲਡ 'ਚ। ਪਰ ਫਿਰ ਵੀ ਯਾਨੀ ਸਿੱਧੇ ਟਕਰਾਅ 'ਚ ਜਿਸ ਤਰ੍ਹਾਂ ਟਰੰਪ ਸਾਹਿਬ ਨੇ ਪਾਤਾ ਸੀ ਅਮਰੀਕਾ ਨੂੰ, ਮੇਰੇ ਖਿਆਲ 'ਚ ਉਹ ਹੁਣ ਹਾਲ ਦੀ ਘੜੀ ਭਾਵੇਂ ਅਜੇ ਕੋਈ ਵੱਡੇ ਫੈਸਲੇ ਨਹੀਂ ਲਏ ਚੀਨ ਬਾਰੇ, ਸੈਂਕਸ਼ਨ ਲੱਗੀਆਂ ਹੋਣੀਆਂ ਜਾਂ ਉਹਨਾਂ ਦੇ ਕੰਪਨੀਆਂ ਜਿਹੜੇ ਉੱਥੇ ਕੰਮ ਕਰਦੀਆਂ ਹੈ ਉਹਨੂੰ ਰੋਕਿਆ ਗਿਆ ਸੀ, ਉਸ ਬਾਰੇ ਅਜੇ ਕੋਈ ਫੈਸਲਾ ਨਹੀਂ ਲੈ ਗਿਆ। ਪਰ ਜੋ ਓਵਰਆਲ ਸੋਚ ਹੈ ਬਾਈਡਨ ਦੀ, ਜਾਂ ਹੁਣ ਤੱਕ ਜਿਹੋ ਜਿਹੇ ਫੈਸਲੇ ਲਏ ਹੈ, ਉਹ 'ਚੋਂ ਇੱਕ ਸੰਕੇਤ ਜ਼ਰੂਰ ਮਿਲਦਾ ਹੈ ਕਿ ਟਰੰਪ ਸਿੱਧੀ ਟਕਰਾਅ 'ਚ ਪੈਣ ਤੋਂ ਅਜੇ ਬਚਣਗੇ ਕੁਝ ਸਮੇਂ ਲਈ ਚੀਨ ਦੇ ਨਾਲ। ਜੀ ਉਸ ਤੋਂ ਬਾਅਦ ਕੋਈ ਨਵਾਂ ਪਲੇਟਫਾਰਮ ਉਹ ਲੈ ਕੇ ਆਉਣਗੇ। ਮੇਜਰ ਜੀ, ਅਸੀਂ ਹੋਰ ਵੀ ਬਹੁਤ ਸਾਰੇ ਡਿਸਕਸ਼ਨ ਇਸ ਤੇ ਮੁੱਦੇ ਤੇ ਕਰਾਂਗੇ, ਪਰ ਇੱਥੇ ਰੁਕਣਾ ਪੈਣਾ ਸਾਨੂੰ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਦੇਖਦੇ ਰਹੋ ਪੰਜਾਬ ਮੇਲ USA TV। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਟ੍ਰਾਂਜੀਸ਼ਨ ਦੀ। ਅਮਰੀਕਨ ਐਡਮਿਨਿਸਟ੍ਰੇਟਿਵ ਦੇ ਵਿੱਚ ਜਿਹੜੀ ਟ੍ਰਾਂਜੀਸ਼ਨ ਹੋਈ ਹੈ ਟਰੰਪ ਦੇ ਜਾਣ ਤੋਂ ਬਾਅਦ ਔਰ ਬਾਈਡਨ ਸਾਹਿਬ ਦੇ ਆਉਣ ਦੇ ਨਾਲ। ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ ਇਮੀਗ੍ਰੇਸ਼ਨ ਦੀ, ਤੇ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ, ਕਿਸੇ ਵੀ ਮੁਲਕ ਦਾ ਬਹੁਤ ਵੱਡਾ ਮੁੱਦਾ ਹੈ। ਨਹੀਂ ਅਮਰੀਕਾ ਦੀ ਗੱਲ ਕਰੀਏ, ਨਾ ਪੰਜਾਬ ਦੀ ਗੱਲ ਕਰੀਏ, ਨਾ ਇੰਡੀਆ ਦੀ ਗੱਲ ਕਰੀਏ, ਕਿਉਂਕਿ ਜਦੋਂ ਅਸੀਂ ਸਟੇਟਸ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੇਸ਼ ਦੀ ਗੱਲ ਕਰਦੇ ਹਾਂ, ਬਹੁਤ ਵੱਡਾ ਮੁੱਦਾ ਹੈ। ਤੇ ਇਹਨਾਂ ਦੇ ਆਉਣ ਦੇ ਨਾਲ ਇਹਦੇ ਵਿੱਚ ਕਿਹੜੇ ਚੇਂਜਸ ਆਏ ਨੇ? ਦੇਖੋ, ਗੱਲ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ, ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਜਿੱਥੋਂ ਖਰਾਬੀ ਸ਼ੁਰੂ ਹੋਈ ਜੀ, ਬਾਈਡਨ ਨੇ ਉੱਥੋਂ ਫੜਨਾ ਸ਼ੁਰੂ ਕੀਤਾ। 7 ਕੰਟਰੀਜ਼ ਦਾ ਬੈਨ। ਚੰਗੀ ਸੋਚ ਹੈ ਉਹਨਾਂ ਦਾ। ਸਭ ਤੋਂ ਪਹਿਲਾ ਸਲੋਗਨ ਕੀ ਆਇਆ ਸੀ ਟਰੰਪ ਦਾ ਕਿ ਅਮਰੀਕਾ ਅਮਰੀਕੀਆਂ ਲਈ। ਜੀ, ਬਾਹਰਲੇ ਮੁਲਕਾਂ ਤੋਂ ਆਉਣ ਵਾਲਿਆਂ ਨੂੰ ਵੱਧ ਤੋਂ ਵੱਧ ਰਸਤੇ ਕਿਵੇਂ ਬੰਦ ਕੀਤੇ ਜਾਣ, ਇਮੀਗ੍ਰੇਸ਼ਨ ਪਾਲਿਸੀ ਨੂੰ ਸਖਤ ਤੋਂ ਸਖਤ ਕਿੱਦਾਂ ਬਣਾਇਆ ਜਾਵੇ, ਇਹ ਉਹਦੀ ਸਾਰੀ ਅਪਰੋਚ ਦਾ, ਸਾਰੀ ਉਹਦੀ ਪਲੈਨਿੰਗ ਦਾ ਇਹ ਫੋਕਸ ਰਿਹਾ ਜੀ। ਇਹੀ ਕਾਰਨ ਸੀ ਕਿ ਜਿਹੜਾ ਹਿੰਦੁਸਤਾਨ ਤੋਂ ਨਹੀਂ ਪੂਰੀ ਦੁਨੀਆ 'ਚੋਂ, ਕਿਉਂਕਿ ਜਿਹੜਾ ਅਮਰੀਕਾ ਨੂੰ ਇਮੀਗ੍ਰੈਂਟਸ ਦਾ ਦੇਸ਼ ਕਿਹਾ ਜਾਂਦਾ, ਕਿਉਂਕਿ ਉੱਥੇ ਮੂਲ ਵਾਸੀ ਤਾਂ ਹੈ ਨਹੀਂ, ਉਹ ਜੀ ਕਲੇਮ ਨਹੀਂ ਕਰ ਸਕਦਾ, ਬਾਹਰੋਂ ਜਾ ਕੇ ਵਸੇ ਹੋਏ ਹੈ। ਤਾਂ ਹੁਣ ਇਹਨਾਂ ਨੇ ਕੀ ਕੀਤਾ ਸੀ, ਟਰੰਪ ਨੇ ਇਹ ਕਿਹਾ ਕਿ ਨਹੀਂ, ਅਸੀਂ ਬਾਹਰੋਂ ਆ ਰਹੇ ਲੋਕ ਜਿਹੜੇ ਉਹਨਾਂ ਦੀ ਗਿਣਤੀ ਘਟਾਉਣੀ ਹੈ, ਔਰ H-1B ਵੀਜ਼ਾ ਨੂੰ ਬਹੁਤ ਸਖਤ ਪਾਬੰਦੀਆਂ ਲਾਤੀਆਂ ਜੀ, ਔਰ ਉਹਨਾਂ ਦੀ ਗਿਣਤੀ ਬਹੁਤ ਘਟਾਤੀ। ਫਿਰ ਨਾਲ ਕੀਤਾ ਕਿ ਉਹਨਾਂ ਦੇ ਸਪਾਊਜ ਜਿਹੜੇ ਆਉਂਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾਊਗੀ। ਜੀ।
ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਸਖਤ ਪਾਬੰਦੀਆਂ ਉੱਥੇ ਜਿਹੜੇ ਗ੍ਰੀਨ ਕਾਰਡ ਲੈ ਕੇ ਰਹਿ ਰਹੇ ਆ ਉਹਨਾਂ ਨੂੰ ਨਾਗਰਿਕਤਾ ਦੇਣ 'ਚ ਸਖਤ ਕਾਨੂੰਨ ਬਣਾਤੇ। ਜੀ ਇਸ ਤਰ੍ਹਾਂ ਹੀ ਜਿਹੜੇ ਬਿਨਾਂ ਡਾਕੂਮੈਂਟ ਦੇ ਲੋਕ ਰਹਿ ਰਹੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਪੱਧਰ ਤੇ ਰੈਗੂਲਰ ਕਰਨ ਦਾ ਜਾਂ ਡਾਕੂਮੈਂਟ ਮੁਹੱਈਆ ਕਰਾਉਣ ਦਾ ਉਹ ਵਰਕਾ ਹੀ ਪਾ ਦਿੱਤਾ ਸੀ। ਹੁਣ ਇਹ ਸਾਰੇ ਕੁਝ ਨਾਲ ਹੋਇਆ ਕਿ ਅਮਰੀਕਾ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਖੜੀ ਹੋ ਗਈ ਸੀ ਜੀ। ਉੱਥੇ ਇਸ ਵੇਲੇ 3 ਲੱਖ ਤੋਂ ਵੱਧ IT ਅਹੁਦੇ ਖਾਲੀ ਹੈ ਜੀ ਯਾਨੀ ਪੋਸਟਾਂ ਖਾਲੀ ਹੈਗੀਆਂ। ਹੁਣ ਅਮਰੀਕਾ 'ਚ ਬੰਦੇ ਮਿਲਦੇ ਹੈ ਨਹੀਂ ਜੀ, ਬਾਹਰੋਂ ਟਰੰਪ ਸਾਹਿਬ ਕਹਿੰਦੇ ਸੀ ਅਸੀਂ ਲੈ ਕੇ ਨਹੀਂ ਜਾਣੇ ਜਾਂ ਬਾਹਰਲੇ ਨੂੰ ਆਉਣ ਨਹੀਂ ਦੇਣਾ। ਹੁਣ ਇੱਦਾਂ ਹੀ ਹੋਰ ਬਹੁਤ ਸਾਰੇ ਥਾਵਾਂ ਨੇ ਜੀ ਜਿੱਥੇ ਹੁਨਰਮੰਦ ਕੰਮ ਹੈ ਨਹੀਂ ਬੜੀ ਵੱਡੀ ਲੋੜ ਹੈ ਪਰ ਉੱਥੇ ਨਹੀਂ ਮਿਲ ਰਹੇ ਅਤੇ ਟਰੰਪ ਦੀਆਂ ਪਾਲਸੀਆਂ ਕਰਕੇ ਉਹ ਜਾਣੇ ਬੰਦ ਹੋ ਗਏ ਸੀ। ਜੀ ਹੁਣ ਆਉਂਦੇ ਹੀ ਬਾਈਡਨ ਨੇ ਕੀ ਕੀਤਾ ਹੈ ਉਹਨੇ ਦੇਖੋ ਇੱਕ ਤੈਅ ਕਰਤਾ ਕਿ ਇਮੀਗ੍ਰੇਸ਼ਨ ਪਾਲਿਸੀ ਦੀਆਂ ਜਿਹੜੀਆਂ ਸਖਤੀਆਂ ਸੀਗੀਆਂ ਉਹ ਸਾਰੀਆਂ ਦੇ ਸਾਰੀਆਂ ਹਟਾ ਦਿੱਤੀਆਂ ਜੀ। ਉਹ ਜਿਵੇਂ ਕੀ ਕੀਤਾ ਪਹਿਲਾ ਕੰਮ ਤਾਂ ਕੀਤਾ ਕਿ ਜਿਹੜੀ ਮੈਕਸੀਕੋ ਦੇ ਹੱਦ ਦੇ ਉੱਪਰ ਕੰਧ ਕੱਢਣ ਦੀ ਸੀਗੀ ਜੀ ਉਹਦਾ ਕੰਮ ਸਾਰੀ ਉਹਨਾਂ ਨੇ ਰੋਕ ਦਿੱਤੀ ਹੈ ਜੀ ਕਿਉਂਕਿ ਉਹ ਕਹਿੰਦੇ ਸੀ ਵੀ ਇਹ ਸਭ ਤੋਂ ਵੱਡੀ ਜਿਹੜੇ ਬਾਹਰੋਂ ਲੋਕੀ ਆ ਰਹੇ ਨਾ ਗੈਰ ਕਾਨੂੰਨੀ ਢੰਗ ਨਾਲ ਉਹ ਮੈਕਸੀਕੋ ਤੋਂ ਆ ਰਹੇ ਆ। ਉਹ ਕਹਿੰਦੇ ਕੰਧ ਕੱਢ ਦਿਓ ਕੋਈ ਆ ਹੀ ਨਹੀਂ ਸਕੂ ਇੱਥੇ ਜੀ ਪਰ ਉਹ ਇਹਨਾਂ ਨੇ ਹਟਾ ਦਿੱਤੀ। ਇਹਦਾ ਮਤਲਬ ਹੈ ਕਿ ਬਾਈਡਨ ਜਿਹੜੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਹੈ ਨਾ ਉਹਨੂੰ ਵੀ ਪੂਰੇ ਹੱਕ ਨਾਲ ਰੋਕਣ ਦੇ ਹੱਕ 'ਚ ਨਹੀਂ ਹੈਗੀ ਜੀ ਕਿਉਂਕਿ ਉੱਥੇ ਲੇਬਰ ਲਈ ਜੇ ਚਾਹੀਦੀ ਤੁਹਾਨੂੰ ਉਹ ਮੈਕਸੀਕੋ ਤੋਂ ਅਤੇ ਮੈਕਸੀਕੋ ਰਾਹੀਂ ਜਾਣ ਵਾਲੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਉਦੋਂ ਬਿਨਾਂ ਸਰਦਾ ਨਹੀਂ ਉਹਨਾਂ ਦਾ। ਦੂਸਰੀ ਗੱਲ ਉਹਨਾਂ ਨੇ ਸਾਰੇ ਕਿਸਮ ਦੀ ਇਮੀਗ੍ਰੇਸ਼ਨ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਹੁਣ ਕੀ ਹੈ B1H ਵੀਜ਼ਾ ਜਿਹੜਾ H1B ਵੀਜ਼ਾ H1B ਵੀਜ਼ਾ ਹੈ ਉਸ ਦੇ ਉੱਤੇ ਜਿਹੜੀ ਹੈਗੀਆਂ ਉਹ ਐਤਕੀ ਪਾਬੰਦੀਆਂ ਖੋਲ੍ਹਤੀਆਂ। ਹੁਣ 9 ਮਾਰਚ ਤੋਂ ਉਹਨਾਂ ਨੇ ਨਵੇਂ ਐਪਲੀਕੇਸ਼ਨ ਮੰਗ ਰਹੀਆਂ ਹੈਗੀਆਂ ਜੀ ਅਤੇ 31 ਮਾਰਚ ਤੱਕ ਉਹਦਾ ਲੋਟਰੀ ਰਾਹੀਂ ਫੈਸਲਾ ਵੀ ਹੋ ਜਾਣੇਗਾ ਜੀ। ਅਤੇ ਇਹ ਹੁਣ ਹਰ ਸਾਲ ਲੱਖਾਂ ਬੰਦਾ H1B ਵੀਜ਼ੇ 'ਤੇ ਜਾਣਾ ਉੱਥੇ। ਅਤੇ ਨਾਲ ਹੋਇਆ ਵੱਡੀ ਗੱਲ ਕਿ ਹੁਣ ਜਿਹੜਾ ਉਹਦਾ ਸਪਾਊਜ ਨਾਲ ਜਾਣਗੇ ਜੀ ਕੋਈ ਵੀ ਪਤੀ ਜਾਂ ਪਤਨੀ ਉਸ ਨੂੰ ਕੰਮ ਕਰਨ ਦਾ ਉੱਥੇ ਅਧਿਕਾਰ ਹੋਊਗਾ ਜੀ। ਇਹ ਬੜੀ ਵੱਡੀ ਇੱਕ ਫੈਸਲਾ ਹੈਗਾ। ਤੀਸਰੀ ਗੱਲ ਇਹ ਕਿ ਜਿਹੜੇ ਉੱਥੇ ਵੱਖ-ਵੱਖ ਜਿਵੇਂ IT 'ਚ ਆਪਾਂ ਗੱਲ ਕੀਤੀ 3,10,000 ਦੇ ਕਰੀਬ ਜੀ ਖਾਲੀ ਉਹਦੇ ਪੋਸਟਾਂ ਪਈਆਂ ਗਈਆਂ। ਉਹਨਾਂ ਲਈ ਉਹਨਾਂ ਨੇ ਕਿਹਾ ਵੀ ਇਸ ਲਈ ਆਪਾਂ ਬੰਦੇ ਬਾਹਰੋਂ ਬੁਲਾਉਣੇ ਜ਼ਰੂਰੀ ਹੈਗੇ ਆ ਜੀ। ਜਾਂ ਉਹਦਾ ਮਤਲਬ ਹੈ ਕਿ ਜਿਹੜਾ ਉੱਥੇ 2-2.5 ਕਰੋੜ ਬੇਰੁਜ਼ਗਾਰ ਹੋਇਆ ਪਿਛਲੇ ਕਰੋਨਾ ਦੇ ਸਾਲ 'ਚ ਉਹ ਸਾਰਿਆਂ ਨੂੰ ਜਿੱਥੇ ਸਹੂਲਤਾਂ ਦੇਣ ਲਈ ਉਹਨਾਂ ਨੇ ਇਸ ਵੇਲੇ ਜਿਵੇਂ ਪਹਿਲਾਂ $600 ਦਿੱਤਾ ਜਾਂਦਾ ਸੀ ਲੋਕਾਂ ਨੂੰ ਜੀ ਜੀ ਉਹ ਬਾਈਡਨ ਨੇ ਉਹਨੇ ਕਿਹਾ ਕਿ ਨਹੀਂ ਘੱਟੋ ਘੱਟ $2,000 ਜੀ। ਅੱਛਾ ਉਹਨੂੰ ਲੈ ਕੇ ਰੇੜਕਾ ਬੜਾ ਪਿਆ ਹੋਇਆ। ਇੱਕ ਹੋਰ ਪੈਕੇਜ ਜਿਹੜਾ 1.9 ਟ੍ਰਿਲੀਅਨ ਦਾ ਆ ਔਰ ਰਿਪਬਲਿਕਨ ਹਲੇ ਵੀ ਕਹਿ ਰਹੇ ਨੇ ਕਿ ਤੁਸੀਂ ਉਹਨੂੰ ਬਿਲੀਅਨ ਦੇ ਵਿੱਚ ਰੱਖੋ। ਇਹਨੂੰ ਵੀ ਲੈ ਕੇ ਬਹੁਤ ਰੇੜਕਾ ਚੱਲਣ ਰਿਹਾ ਅਮਰੀਕਾ 'ਚ। ਦੇਖੋ ਰੇੜਕੇ ਤਾਂ ਹਰ ਗੱਲ ਤੇ ਪੈਣੇ ਹੁੰਦੇ ਹੈਗੇ ਪਰ ਗੱਲ ਤਾਂ ਇਹ ਨਾ ਵੀ ਉਹਨਾਂ ਨੇ ਕਿਹਾ ਵੀ ਜੇ ਲੋਕ ਹੀ ਸਿਖਾਲੇ ਹੋਣਗੇ ਜੀ ਜੇ ਲੋਕੀ ਆਪਣੇ ਘਰਾਂ 'ਚ ਹੀ ਹਮੇਸ਼ਾ ਉਹਨੂੰ ਇਹੀ ਖਤਰਾ ਖੜਾ ਹੋ ਜਾਏ ਕਿ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਇੱਥੋਂ ਕੱਢ ਕੇ ਬਾਹਰ ਕਰ ਦਿੱਤਾ ਜਾਊਗਾ। ਜੀ ਇਸ ਤਰ੍ਹਾਂ ਉਹਨੇ ਕਿਹਾ ਕਿ ਜਿਸ ਬੰਦੇ ਨੂੰ ਭੁੱਖਵਾਰੀ ਚਿੰਤਾ ਬਣੀ ਹੋਵੇ ਉਹ ਕੰਮ ਕੀ ਕਰੂਗਾ ਸ਼ਾਂਤੀ ਨਾਲ ਰਹੂ ਕਿੱਦਾਂ ਜੀ। ਇਹ ਕਰਕੇ ਦੋਏ ਗੱਲਾਂ ਨੂੰ ਬਾਈਡਨ ਨੇ ਕਿਹਾ ਕਿ ਨਾ ਉਹਨਾਂ ਨੂੰ ਅਸੀਂ ਭੁੱਖੇ ਰਹਿਣ ਦੇਣਾ ਅਤੇ ਨਾ ਉਹਨਾਂ ਦੀ ਛੱਤ ਖੋਹਣੀ ਕਿਸੇ ਦੀ। ਜੀ ਇਹ ਬਹੁਤ ਵੱਡਾ ਫੈਸਲਾ ਕੀਤਾ ਸੀ ਉਹਨਾਂ ਨੇ। ਹੁਣ ਇਸ ਕਰਕੇ ਉਹਨਾਂ ਨੇ ਜਿਹੜਾ ਉਹ 19 ਬਿਲੀਅਨ ਦਾ ਜਿਹੜਾ ਉਹ ਇੱਕ ਪੈਕੇਜ ਲੈ ਕੇ ਆਉਂਦਾ ਹੈਗਾ ਜਿਹਦੇ 'ਚ ਹਰ ਅਮਰੀਕੀ ਨਾਗਰਿਕ ਨੂੰ ਜਾਂ ਅਮਰੀਕਾ 'ਚ ਰਹਿਣ ਵਾਲੇ ਨੂੰ $2,000 ਦੀ ਜਿਹੜੀ ਹੈ ਉਹ ਸਹਾਇਤਾ ਸਿੱਧੀ ਉਹਨਾਂ ਦੇ ਖਾਤਿਆਂ 'ਚ ਪਾਈ ਜਾਊਗੀ। ਜੀ ਇੱਕ ਬਹੁਤ ਵੱਡਾ ਮੌਕਾ। ਹਾਂ ਕਿਉਂਕਿ ਉਹਨਾਂ ਨੇ ਕਿਹਾ ਕਿ $600 ਨਾਲ ਤਾਂ ਕੁਝ ਨਹੀਂ ਆਉਂਦਾ ਜੀ। ਨਾ ਬੰਦਾ ਰੋਟੀ ਖਾ ਸਕਦਾ ਨਾ ਕਿਰਾਇਆ ਦੇ ਸਕਦਾ ਨਾ ਬਿੱਲ ਭਰ ਸਕਦਾ ਹੈਗਾ। ਜੀ ਉਹ ਸਾਡੇ ਮੰਤਰੀ ਵੀ ਇੱਦਾਂ ਕਹਿੰਦੇ ਨੇ ਕਿ ਅਸੀਂ 20 ਰੁਪਏ ਦੇ ਨਾਲ ਗੁਜ਼ਾਰਾ ਕਰ ਲੈਂਦੇ ਦਿਨ 'ਚ। ਮੈਨੂੰ ਲੱਗਦਾ ਕੁਛ ਇੱਦਾਂ ਪਰ ਅਮਰੀਕਾ 'ਚ ਨਹੀਂ ਪੋਸੀਬਲ ਹੈਗਾ ਕਿਉਂਕਿ ਉੱਥੇ 2 ਨੰਬਰ 'ਚ ਕੁਝ ਨਹੀਂ ਜੀ ਸਭ ਕੁਝ 1 ਨੰਬਰ 'ਚ ਹੈ ਜੀ। ਅਤੇ ਦੂਜੀ ਗੱਲ ਮਤਲਬ ਜੇ ਤੁਸੀਂ ਭਿਖਾਰੀਆਂ ਵਰਗੀ ਜ਼ਿੰਦਗੀ ਕਹੋ ਜੀ ਹੁਣ ਇਹਨੂੰ ਜ਼ਿੰਦਗੀ ਨਹੀਂ ਮੰਨਿਆ ਜਾ ਸਕਦਾ। ਜ਼ਿੰਦਗੀ ਦਾ ਪੈਮਾਨਾ ਵੀ ਹੈ ਕਿ ਤੁਸੀਂ ਉੱਥੇ ਸੁੱਖ ਸਹੂਲਤ ਰਹਿ ਸਕੋ। ਬਿਲਕੁਲ ਆਪਣੇ ਤੁਹਾਡੇ ਘਰਾਂ 'ਚ ਗੈਸ ਵੀ ਹੋਵੇ ਉੱਥੇ ਹੀਟਿੰਗ ਵੀ ਹੋਵੇ ਉੱਥੇ ਹਰ ਤਰ੍ਹਾਂ ਦੀ ਹੋਰ ਸਹੂਲਤ ਵੀ ਹੋਵੇ। ਇਹ ਥੋੜ੍ਹਾ ਤੁਸੀਂ ਕਹੋ ਵੀ ਚਲੋ ਇੱਕ ਵਾਰ ਦਰਵਾਜ਼ਾ ਅੰਦਰ ਵੜਤਾ ਅੰਦਰ ਰੁਝਾਨੇ ਲੈ ਕੇ ਸੌਂ ਜਾਓ ਜੀ ਮਤਲਬ ਇਹਨੂੰ ਕੋਈ ਅੱਛੀ ਜ਼ਿੰਦਗੀ ਨਹੀਂ ਕਿਹਾ ਸਕਦਾ। $2,000 ਦਾ ਮਤਲਬ ਕਿ ਤੁਸੀਂ ਇੱਕ ਲੈਵਲ ਦੀ ਜ਼ਿੰਦਗੀ ਲੈਵਲ ਆਫ ਲਾਈਫ ਜਿਹੜੀ ਹੈ ਉਹ ਤੁਸੀਂ ਦਿਓ। ਇਹ ਉਹਨਾਂ ਨੇ ਬੜਾ ਇੱਕ ਵੱਡਾ ਕੀਤਾ ਲੋਕਾਂ ਲਈ। ਅਤੇ ਨਾਲੇ ਕੀ ਹੋਇਆ ਕਿ ਜਿੰਨੇ ਵੀ ਉੱਥੇ ਹੁਣ ਇਸ ਵੇਲੇ ਲੱਖਾਂ ਬੰਦੇ ਫਸੇ ਖੜੇ ਸੀ ਜੀ ਜਿਨ੍ਹਾਂ ਨੇ ਗ੍ਰੀਨ ਕਾਰਡ ਹੈਗਾ ਪਰ ਨਾਗਰਿਕਤਾ ਨਹੀਂ ਮਿਲ ਰਹੀ ਸੀ ਉੱਥੇ ਇੰਨੇ ਸਖਤ ਕਾਨੂੰਨ ਬਣਾਤੇ ਸੀ। ਉਹਨਾਂ ਨੇ ਫਿਰ ਕਿਹਾ ਵੀ ਇਹਨਾਂ ਸਾਰਿਆਂ ਨੂੰ ਬਹੁਤ ਜਲਦੀ ਕਲੀਅਰ ਕੀਤਾ ਇੱਕ ਬਹੁਤ ਵੱਡਾ ਉਹਨਾਂ ਨੇ ਕਿਹਾ ਕਿ ਨੰਬਰ ਅਸੀਂ ਪੱਕੇ ਕਰਾਂਗੇ PR ਕਰਾਂਗੇ ਪੱਕੇ ਕਰਾਂਗੇ ਉਹਨਾਂ ਨੂੰ ਹੈ ਤਾਂ ਉਹ ਜਦੋਂ ਇਹ ਸਾਰਾ ਕੁਝ ਸਿਖਾਵਾਂ ਹੋਊ ਨਾ ਅਤੇ ਉਹਦੇ ਨਾਲ ਓਵਰਆਲ ਉੱਥੋਂ ਦੀ ਕੰਮ ਦੀ ਜਿਹੜੀ ਹੈਗੀ ਨਾ ਇੱਕ ਕੁਆਲਿਟੀ ਉਹ ਵੀ ਇੰਪਰੂਵ ਹੋਊਗੀ ਕਿਉਂਕਿ ਬੰਦਾ ਜਦੋਂ ਇੱਕ ਮੈਂਟਲੀ ਨਾ ਸੌਖ 'ਚ ਹੈ ਜੀ ਔਰ ਉਹਦੇ ਕੋਲ ਪਤਾ ਉਹਨੂੰ ਕਿ ਅੱਗੇ ਮੈਂ ਕੰਮ ਕਰਨਾ ਹੈ
ਫਿਰ ਉਹ ਬੰਦਾ ਕੰਮ ਵੀ ਦੁੱਗਣੀ ਮਿਹਨਤ ਨਾਲ ਕਰਦਾ ਹੈਗਾ। ਵਾਕਈ ਜੇ ਪਿੱਛੇ ਪਤਾ ਹੋਵੇ ਪਤਾ ਨਹੀਂ ਸ਼ਾਮ ਨੂੰ ਘਰ ਮੈਂ ਜਾ ਨਹੀਂ ਜੀ ਘਰ ਰਹੂਗਾ ਕਿ ਨਹੀਂ ਮੇਰੇ ਕੋਲ, ਜੇ ਕੱਲ੍ਹ ਨੂੰ ਰੋਟੀ ਮੈਨੂੰ ਮਿਲੂਗੀ ਨਹੀਂ ਮਿਲੂਗੀ, ਉਹ ਬੰਦੇ ਦਾ ਦਿਮਾਗ ਫਿਰ ਉੱਥੇ ਹੀ ਰਹਿੰਦਾ ਹੈਗਾ। ਜੀ ਇਸ ਕਰਕੇ ਉਹਨਾਂ ਨੇ ਇਹ ਜਿਹੜੇ ਉੱਥੇ ਈਜ਼ ਕਹਿੰਦੇ ਨਾ ਉੱਥੇ ਈਜ਼ ਟੂ ਵਰਕ, ਜੀ ਮਤਲਬ ਕੰਮ ਦੀ ਸੌਖ ਉਹ ਤਾਂ ਹੋ ਜੇ ਤੁਹਾਡਾ ਮਾਈਂਡ ਫਰੀ ਮਾਈਂਡ ਸੇਫ ਹੋਊਗਾ, ਫ੍ਰੀ ਹੋਊਗਾ ਜੀ। ਉਹ ਉਹਨਾਂ ਨੇ ਜਿਹੜਾ ਹੈਗਾ ਬਾਈਡਨ ਨੇ ਇਹ ਉੱਥੇ ਲਿਆਉਣਾ ਸ਼ੁਰੂ ਕੀਤਾ ਹੈਗਾ। ਜੀ ਹੁਣ ਇਹ ਜਿਹੜਾ ਹੈਗਾ ਇਮੀਗ੍ਰੇਸ਼ਨ ਦੇ ਮਾਮਲੇ 'ਚ ਸਭ ਤੋਂ ਵੱਧ ਨੁਕਸਾਨ ਹੋਇਆ ਸੀ H1B ਵੀਜ਼ੇ ਨਾਲ ਹਿੰਦੁਸਤਾਨੀਆਂ ਦਾ, ਹਿੰਦੁਸਤਾਨੀਆਂ ਦਾ ਕਿਉਂਕਿ ਬਹੁਤ ਵੱਡੀ ਗਿਣਤੀ ਜਿਹੜੀ ਨਾ ਲੱਖਾਂ ਦੀ ਗਿਣਤੀ ਜੀ ਉਹ ਭਾਰਤੀ ਇਸ ਵੀਜ਼ੇ ਰਾਹੀਂ ਉੱਥੇ ਕੰਮ ਕਰ ਰਹੇ ਜਾ ਕੇ ਜਾਂ ਉਹਨਾਂ ਦੇ ਆਸਰ ਤੇ ਕੰਮ ਕਰਦੇ ਉੱਥੇ। ਹੁਣ ਉਹਨਾਂ ਦੇ ਪਾਬੰਦੀ ਦਾ ਮਤਲਬ ਸੀ ਕਿ ਹਿੰਦੁਸਤਾਨੀਆਂ ਦੇ ਕਿਉਂਕਿ ਦੋ ਹੀ ਵੱਡੇ ਜਾ ਰਹੇ ਜ਼ਿਆਦਾ, ਚੀਨ ਔਰ ਭਾਰਤੀ ਹਾਈਲੀ ਸਕਿਲਡ ਲੋਕ ਸਾਡੇ ਇੱਥੇ ਦੋਵਾਂ ਦੇਸ਼ਾਂ ਜੀ, ਤਾਂ ਉਹਨਾਂ ਦੇ ਪਾਬੰਦੀ ਦਾ ਮਤਲਬ ਸੀ ਕਿ ਇਹਨਾਂ ਦੋਵਾਂ ਦੇਸ਼ਾਂ ਤੋਂ ਵੱਡਾ ਨੁਕਸਾਨ ਸੀਗਾ, ਤਾਂ ਖਾਸ ਤੌਰ ਤੇ ਹਿੰਦੁਸਤਾਨ ਨੂੰ। ਜੀ ਹੁਣ ਇੱਕ ਤਾਂ ਇਹ ਹੈ ਕਿ ਇਹ ਗੱਲ ਨਾਲ ਭਾਰਤ ਤੋਂ ਜਿਹੜੇ ਹੁਨਰਮੰਦ ਕਾਮਿਆਂ ਦੇ ਉਧਰ ਜਾਣ ਦਾ ਜਿਹੜਾ ਉਹ ਬਹੁਤ ਹੁਣ ਸੁਖਾਲਾ ਹੋ ਗਿਆ ਜੀ। ਉਸ ਨਾਲ ਜਿਹੜਾ ਹੈਗਾ ਉੱਥੇ ਜਾ ਕੇ ਲੋਕਾਂ ਨੂੰ ਕੰਮ ਕਰਨ ਵਾਲੇ ਸੀ ਜਿਹੜੇ, ਤੇ ਇਹ ਸਮਝਿਆ ਜਾ ਰਿਹਾ ਹੈ ਵੀ ਅਗਲੇ 4 ਸਾਲ 'ਚ ਜਿਹੜੇ ਭਾਰਤੀ ਹੈ ਉਹਨਾਂ ਦੇ ਜਾਣ ਦੀ ਰਫ਼ਤਾਰ ਦੁੱਗਣੀ ਹੋ ਜਾਣੀ ਜੀ। ਜੇ ਹੁਣ ਮਤਲਬ ਅੱਜ 10 ਜਾਣੇ ਆ ਰਹੇ ਹੈ ਤਾਂ 4 ਸਾਲਾਂ ਬਾਅਦ 20 ਹੋ ਜਾਣੇ ਆ, 20 ਹੋ ਜਾਣ। ਜੇ 2 ਲੱਖ ਹੈ ਤਾਂ 4 ਲੱਖ ਹੋ ਜਾਣਗੇ। ਮਤਲਬ ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਗਿਣਤੀ ਹੈ। ਔਰ ਉਹ ਇਹ ਦੱਸਦਾ ਹੈ ਕਿ ਬਾਈਡਨ ਜਿਹੜਾ ਹੈਗਾ ਨਾ ਉਹ ਆਪਣੇ ਦੇਸ਼ ਨੂੰ ਸਮੱਸਿਆਵਾਂ ਦੇ ਮੂੰਹ 'ਚ ਨਹੀਂ ਪਾਉਣ ਲੱਗਿਆ, ਸਗੋਂ ਉਸ ਤਰ੍ਹਾਂ ਦੀ ਸਮੱਸਿਆ ਨੂੰ ਹਟਾ ਕੇ ਪੂਰੇ ਸੰਸਾਰ 'ਚ ਆਪਣੀ ਇੱਕ ਇਹੋ ਜਿਹਾ ਇਮੇਜ ਕਾਇਮ ਕਰਨ ਦੇ ਰਾਹ ਪਏ ਨੇ ਜਿਹਦੇ ਨਾਲ ਲੱਗੇ ਕਿ ਅਮਰੀਕਾ ਬਾਕੀ ਇੱਕ ਖੂਬਸੂਰਤ ਰਹਿਣ ਦੇ ਯੋਗ ਦੇਸ਼ ਹੈ। ਉੱਥੇ ਵਿਤਕਰੇ, ਨਸਲਵਾਦੀ ਵਿਤਕਰਾ ਖਾਸ ਤੌਰ ਤੇ ਇਹਦੇ ਬਹੁਤ ਵੱਡੀ ਪੱਧਰ ਤੇ ਬਾਈਡਨ ਵੀ ਤੇ ਔਰ ਉਹਨਾਂ ਦੀ ਉਪ ਰਾਸ਼ਟਰਪਤੀ ਜਿਹੜੀ ਕਮਲਾ ਹੈਰਿਸ ਦੋਨੋਂ ਨਸਲਵਾਦੀ ਨੀਤੀਆਂ ਦੇ ਖਿਲਾਫ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਜੀ। ਤੇ ਇਸ ਨਾਲ ਲੱਗਦਾ ਕਿ ਅਮਰੀਕਾ ਦਾ ਜਿਹੜਾ ਪਿਛਲੇ 4 ਸਾਲ 'ਚ ਨਕਸ਼ਾ ਬਣਿਆ ਸੀ ਉਹਨੂੰ ਸੁਧਰਨ 'ਚ ਔਰ ਉਹਨੂੰ ਠੀਕ ਹੋਣ ਦੇ ਵਿੱਚ ਕਾਫੀ ਤੇਜ਼ੀ ਨਾਲ ਫਰਕ ਆ ਰਿਹਾ ਹੈਗਾ। ਲੋਕੀ ਸਮਝਣ ਲੱਗੇ। ਤੇ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਵੀ ਜਿਹੜਾ ਉੱਥੋਂ ਦੀ ਸੁਸਾਇਟੀ 'ਚ ਵੀ ਟਰੰਪ ਦੀਆਂ ਪਾਲਿਸੀਆਂ ਨਾਲ ਕੱਟੜਤਾ, ਨਸਲਵਾਦ ਦਾ ਰੁਝਾਨ, ਗੈਰ ਜਮਹੂਰੀ ਤੌਰ ਤਰੀਕੇ ਪੱਲਰ ਪਏ ਸੀਗੇ, ਲੱਗਦਾ ਕਿ ਇਸ ਨਾਲ ਉਹ ਵੀ ਥੱਲੇ ਨਹੀਂ ਜਾਣਗੇ। ਕਿਉਂਕਿ ਜਦੋਂ ਕੋਈ ਵੀ ਚੀਜ਼ ਚੱਲਦੀ ਹੈ ਨਾ ਉਹ ਫਿਰ ਆਪਣੇ ਤੱਕ ਹੀ ਨਹੀਂ ਸੀਮਿਤ ਹੁੰਦੀ, ਦੂਜੇ ਤੇ ਵੀ ਇਫੈਕਟ ਕਰਦੀ। ਹਾਂ, ਜਦੋਂ ਉਹ ਇਹ ਲਾਗੂ ਕਰਨਗੇ ਤਾਂ ਉਹ ਰਿਪਬਲਿਕਨਾਂ ਦੇ ਜਾਂ ਉੱਥੋਂ ਦੇ ਆਮ ਲੋਕਾਂ ਦੇ ਮਨਾਂ 'ਚ ਜਿਹੜਾ ਇੱਕ ਨਸਲਵਾਦੀ ਬਿਰਤੀਆਂ ਪੈਦਾ ਕਰਤੀਆਂ ਜਾਂ ਸਿਰਫ ਅਮਰੀਕਾ ਬਾਰੇ ਸੋਚਣ ਦੀ ਗੱਲ ਕਰਤੀ ਸੀ, ਇਹ ਜਿਹਾ ਕੁਝ ਜਿਹੜਾ ਉਹ ਲੱਗਦਾ ਉਹ ਵੀ ਥੱਲੇ ਨਹੀਂ ਜਾਊਗਾ। ਔਰ ਇਸ ਨਾਲ ਜਿਹੜਾ ਬਾਈਡਨ ਦੀ ਇਹ ਸੋਚ ਹੈ ਕਿ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਕੰਮ ਸਾਡਾ ਉਹ ਅਮਰੀਕੀਆਂ ਦੀ ਏਕਤਾ ਦਾ ਹੈਗਾ। ਮੇਰੇ ਖਿਆਲ ਇਸ ਵੱਲ ਨੂੰ ਉਹ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਕੀਤਾ ਉਹਨੇ। ਜੀ। ਮੈਂ ਅੱਜ ਹੀ ਅਖਬਾਰ 'ਚ ਪੜ੍ਹ ਰਿਹਾ ਸੀਗਾ, ਵਾਲ ਸਟਰੀਟ ਅਖਬਾਰ ਹੈ ਇਹਨਾਂ ਦੀ, US ਟੂਡੇ, ਉਹਨੇ ਵੀ ਲਿਖਿਆ ਸੀਗਾ ਕਿ ਅਮਰੀਕਨ ਹਿਸਟਰੀ ਰਹੀ ਹੈ ਕਿ ਜਿਹੜੀ ਗੋਰੀ ਚਮੜੀ ਵਾਲੇ ਆ ਉਹ ਆਪਣੇ ਆਪ ਨੂੰ ਜ਼ਿਆਦਾ ਸਮਝਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਖਰੀਦ ਲਿਆ, ਕਿਉਂਕਿ ਉੱਥੇ ਇੱਕ ਇਤਿਹਾਸ ਰਿਹਾ ਕਿ ਖਰੀਦ ਕੇ ਲਿਆਉਂਦੇ ਸੀ ਅਫਰੀਕਾ ਤੋਂ, ਫਿਰ ਉਹਨਾਂ ਨੇ ਹੌਲੀ ਹੌਲੀ ਆਪਣੀ ਲੜਾਈ ਕੀਤੀ, ਉਹ ਜਿੱਤੇ ਆ। ਅਤੇ ਉਹ ਮੈਂ ਕੋਈ ਪੜ੍ਹ ਰਿਹਾ ਸੀ ਕਿ ਟਵਿਲਾਈਟ ਜਿਹੜਾ ਸੀਗਾ ਉਹ ਪਹਿਲਾ ਸਕਾਲਰ ਸੀਗਾ, ਅਫਰੀਕਨ ਸਕਾਲਰ ਸੀਗਾ ਜਿਹਨੇ ਗ੍ਰੈਜੂਏਸ਼ਨ ਕੀਤੀ, ਪਰ ਜਦੋਂ ਸੈਂਸਸ ਹੋਇਆ ਤਾਂ ਉਹਨੂੰ ਸੈਂਸਸ ਦੇ ਵਿੱਚ ਵਾਈਟ ਗਿਣਦੇ ਸੀਗੇ ਕਿਉਂਕਿ ਉਹ ਪੜ੍ਹਿਆ ਲਿਖਿਆ ਸੀਗਾ। ਤਾਂ ਸੈਂਸਸ ਉਹੀ ਹੈ ਨਾ ਕਿ ਮੈਂ ਉਹੀ ਦੱਸਦਾ ਕਿ ਹਿਸਟਰੀ ਬਹੁਤ ਤਕੜੀ ਹੈ। ਉਹੀ ਤਾਂ ਹੈ ਨਾ ਵੀ ਜਿਹੜੀ ਇਤਿਹਾਸ ਇਹੀ ਹੁੰਦਾ ਨਾ। ਜਾਂ ਦੂਜੀ ਗੱਲ ਇਹਨੂੰ ਦੂਜੇ ਐਂਗਲ ਤੋਂ ਵੀ ਦੇਖਿਆ ਜਾਂਦਾ ਕਿ ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਕਿ ਜਿਹੜਾ ਕੋਈ ਪੜ੍ਹਿਆ ਲਿਖਿਆ ਹੈ ਉਹਨੂੰ ਵਾਈਟ ਲਿਆਕਤਾਂ ਲੈ ਕੇ ਉਹਨੂੰ ਆਪਣੇ ਪਾਸੇ ਲਾਓ, ਉਹਨੂੰ ਦੂਜਾ ਦੀ ਰਹਿਣੀ ਨਾ ਦਿਓ, ਤਾਂ ਕਿ ਉਹ ਜਿਹੜਾ ਨਸਲੀ ਵਿਤਕਰਾ ਪਾੜਾ ਉੱਥੇ ਦਾ ਉੱਥੇ ਰਹੇ। ਪਰ ਮੇਰੇ ਖਿਆਲ 'ਚ ਬਰਾਕ ਓਬਾਮਾ ਦੇ ਉੱਥੇ ਰਾਸ਼ਟਰਪਤੀ ਬਣਨ ਨਾਲ ਨਾ ਅਮਰੀਕਾ ਦੇ ਅੰਦਰ ਈਜ਼ ਆਫ ਵਰਕ ਬਹੁਤ ਤੇਜ਼ੀ ਨਾਲ ਵਧੇਗਾ, ਨਸਲਪ੍ਰਸਤੀ ਬਹੁਤ ਘਟੀ ਹੈ। ਜਾਂ ਉੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਖਾਸ ਤੌਰ 'ਤੇ ਜਿਵੇਂ ਕਰੀਏ ਅਸੀਂ ਅਫਰੀਕਨ ਮੂਲ ਦੇ ਲੋਕ ਖੜੇ, ਉਹਨਾਂ ਦਾ ਸਤਿਕਾਰ, ਉਹਨਾਂ ਪ੍ਰਤੀ ਪ੍ਰੇਮ ਪਿਆਰ ਉਹ ਕਾਫੀ ਵਧੇਗਾ। ਕਿਉਂਕਿ ਬਰਾਕ ਓਬਾਮਾ ਨੇ ਜਿੰਨੇ ਕ੍ਰਾਈਸਿਸ ਵੇਲੇ ਅਮਰੀਕਾ ਨੂੰ ਸੰਭਾਲਿਆ ਨਾ, ਪਹਿਲੀ ਜਦੋਂ ਆਇਆ ਉਹ ਸੱਤਾ 'ਚ, ਉਦੋਂ ਅਮਰੀਕਾ ਬਹੁਤ ਵੱਡੇ ਵਿੱਤੀ ਸੰਕਟ 'ਚੋਂ ਲੰਘ ਰਿਹਾ ਸੀ। ਉਸ ਤੋਂ ਬਾਅਦ ਇਰਾਕ ਨਾਲ ਲੜਾਈ ਦੇ ਚੱਕਰ 'ਚ ਉਹ ਸਾਰੀਆਂ ਸੰਕਟਾਂ 'ਚੋਂ ਬੜੀ ਸਹੀ ਢੰਗ ਨਾਲ, ਬੜੀ ਮਜ਼ਬੂਤੀ ਨਾਲ ਬਰਾਕ ਓਬਾਮਾ ਨੇ ਅਮਰੀਕਾ ਨੂੰ ਕੱਢਿਆ। ਅਤੇ ਲੱਗਦਾ ਉੱਥੇ ਲੋਕਾਂ ਦੇ ਉੱਤੇ ਉਹਦਾ ਛਾਪ ਵੀ ਹੈਗੀ ਹੈ। ਉਹ ਹੀਰੋ ਇੱਕ ਕੋਈ ਜ਼ਰੂਰੀ ਨਹੀਂ ਕਿ ਗੋਰੀ ਚਮੜੀ ਵਾਲੇ ਲੋਕ, ਇੱਕ ਕਾਲੀ ਚਮੜੀ ਵਾਲਾ ਬੰਦਾ ਵੀ ਉੱਦਾਂ ਹੀ ਲਿਆਕਤਵਾਨ ਹੋ ਕੇ ਕੰਮ ਕਰ ਸਕਦਾ। ਦੂਜਾ ਹੈਗਾ ਇਹ ਪ੍ਰਭਾਵ ਉੱਥੇ ਗਿਆ ਹੈਗਾ। ਔਰ ਦੂਸਰਾ ਗੱਲ ਉਹਦੀ ਆਪਣਾ ਪਰਸਨਲ ਯਾਨੀ ਸ਼ਖਸੀਅਤ ਦੇ ਪੱਖੋਂ ਨਾ ਜਿੰਨਾ ਅੱਛਾ ਵਿਵਹਾਰ ਰਿਹਾ, ਲਿਆਕਤਵਾਨ ਲੋਕਾਂ ਨਾਲ ਵਿਵਹਾਰ ਕੀਤਾ ਔਰ ਵਿਰਾਸਤ ਛੱਡੀ ਹੈ, ਉਹ ਆਪਣੇ ਆਪ 'ਚ ਅਮਰੀਕਾ ਲਈ ਮਾਣ ਵਾਲੀ ਗੱਲ ਹੋਈ ਹੈਗੀ। ਇਸ ਕਰਕੇ ਜੇ ਉਹ ਬਰਾਕ ਓਬਾਮਾ 'ਤੇ ਕੋਈ ਮਾਣ ਕਰਦਾ ਨਾ, ਇਹਦਾ ਮਤਲਬ ਨਾਲ ਹੀ ਉਹਦੇ
ਚਮੜੀ ਜਾਂ ਉਹਦੇ ਪਿਛੋਕੜ ਨਾਲ ਵੀ ਹੈ ਉਹਦੀ ਮਾਣ ਕਰਦਾ। ਇਹਦੇ ਨਾਲ ਜਿਹੜਾ ਉੱਥੇ ਨਸਲਪ੍ਰਸਤੀ ਨੂੰ ਬੜੀ ਠੱਲ ਪਈ ਸੀ। ਲੋਕਾਂ 'ਚ ਇੱਕ ਕਦਰਾਂ ਕੀਮਤਾਂ ਜਿਹੜੀਆਂ ਅਮਰੀਕਨ ਕਦਰਾਂ ਕੀਮਤਾਂ ਕਹਿੰਦੇ ਨੇ, ਜਮਹੂਰੀ ਕਦਰਾਂ ਕੀਮਤਾਂ, ਉਹਨੂੰ ਮੌਜੂਦਗੀ ਵੀ ਮਿਲੀ ਸੀ ਉੱਥੇ। ਜੀ ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਮੁੱਦਾ ਆ ਜਿੱਤੇ ਭਾਰਤ ਸ਼ਾਇਦ ਤਵੱਕੋ ਹੀ ਨਹੀਂ ਦੇ ਰਿਹਾ। ਮੈਂ এনवायरमेंट ਦੀ ਗੱਲ ਕਰ ਰਿਹਾ, ਪਰ ਫਿਰ ਜਦੋਂ ਟਰੰਪ ਸਾਹਿਬ ਆਉਂਦੇ ਨੇ ਤਾਂ ਲੱਗਦਾ ਸੀ ਕਿ ਉਹਨਾਂ ਨੂੰ ਵੀ ਸ਼ਾਇਦ এনवायरमेंट ਦੀ ਕੋਈ ਫਰਕ ਨਹੀਂ ਹੈਗਾ। ਜਿਵੇਂ ਉਹ ਕਰੋਨਾ 'ਚ ਕਹਿ ਰਹੇ ਨੇ ਕਿ ਕਰੋਨਾ ਕੁਛ ਨਹੀਂ ਹੈਗਾ, ਸੈਨੀਟਾਈਜ਼ਰ ਦੇ ਟੀਕੇ ਲਾ ਦਿਓ। ਉਹਨਾਂ ਨੂੰ ਲੱਗਦਾ ਸੀ ਕਿ ਪਰਿਵਰਤਨ ਜਿਹੜਾ ਜਲਵਾਯੂ ਜਿਹੜਾ ਪਰਿਵਰਤਨ ਹੋ ਰਿਹਾ ਉਹ ਵੀ ਕੁਛ ਨਹੀਂ ਹੈਗਾ। ਇਸ ਕਰਕੇ ਉਹਨਾਂ ਨੇ ਪੈਰਿਸ ਐਗਰੀਮੈਂਟ 'ਚੋਂ ਆਪਣਾ ਨਾਮ ਲੈ ਲਿਆ। ਦੁਨੀਆ ਨੇ ਉਹਨਾਂ 'ਤੇ ਬੜੀਆਂ ਤੋਹਮਤਾਂ ਲਾਈਆਂ, ਪਰ ਉਹ ਸੀ ਕਿ ਉਹਨਾਂ ਨੂੰ ਸ਼ਾਇਦ ਲੱਗਦਾ ਸੀ ਕਿ ਮੈਂ ਬਹੁਤ ਸਹੀ ਹਾਂ। ਫਿਰ ਜਦੋਂ ਟਰੰਪ ਸਾਹਿਬ ਆਉਂਦੇ ਨੇ ਫਿਰ ਦੁਬਾਰਾ ਇਹਦੇ ਵਿੱਚ ਚਲੇ ਜਾਂਦੇ ਨੇ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਪੈਰਿਸ ਜਲਵਾਯੂ ਸਮਝੌਤਾ ਜਿਹੜਾ ਤਬਦੀਲੀ ਸਮਝੌਤਾ ਹੈ, ਉਹ ਉਦੋਂ ਹੋਇਆ ਸੀ ਯੂਰਪ ਦੇ ਸਾਰੇ ਮੁਲਕ, ਜੀ, ਹਿੰਦੁਸਤਾਨ ਸਮੇਤ ਹੋਰ ਸਾਰੇ ਮੁਲਕਾਂ ਦੇ ਲੋਕ ਉੱਥੇ ਉਹਦੇ 'ਚ ਨੇਤਾ ਇਕੱਠੇ ਹੋਏ ਸੀਗੇ, ਔਰ ਉਹਦੇ 'ਚ ਜਲਵਾਯੂ ਤਬਦੀਲੀਆਂ ਦਾ ਨਾ ਇੱਕ ਮਿਆਰ ਮਿੱਥਿਆ ਗਿਆ ਸੀਗਾ ਜੀ, ਕਿ ਇਹਦੇ 'ਚ ਅਸੀਂ ਕਿੱਦਾਂ ਤਬਦੀਲੀਆਂ ਕਰਨੀਆਂ ਨੇ। ਜੀ, ਉਹਦੇ 'ਚ ਗੈਸੇਸ ਦਾ, ਦੂਜੀਆਂ ਸਾਰੀਆਂ ਤਬਦੀਲੀਆਂ ਦਾ, ਤਪਸ ਜਿਹੜੀ ਵਰਲਡ ਲੈਵਲ 'ਤੇ ਨਾ ਇੱਕ ਗਰਮੀ ਵਧ ਰਹੀ ਹੈ, ਵੀ ਉਹਨੂੰ ਕਿਵੇਂ ਕੰਟਰੋਲ ਕਰਨਾ ਹੈ, ਜੀ, ਘਟਾ ਕੇ ਥੱਲੇ ਕਿੱਦਾਂ ਲੈ ਕੇ ਆਉਣਾ ਹੈਗਾ। ਇਸ ਬਾਰੇ ਜਦੋਂ ਉੱਥੇ ਸਾਰੀ ਵੱਡੀ ਡਿਸਕਸ਼ਨ ਹੋ ਕੇ ਇਹ 'ਚ ਡਿਸਾਈਡ ਕੀਤਾ ਗਿਆ ਸੀ ਕਿ ਵੱਖ-ਵੱਖ ਮੁਲਕ ਕਿੱਦਾਂ ਕੰਮ ਕਰ ਰਹੇ। ਉਹਦੇ 'ਚ ਮਸਲਾ ਇਹ ਆਇਆ ਸੱਚ ਵੀ ਜਿਹੜੀਆਂ ਗੈਸੇਜ ਨਾ ਉਹ ਅਮਰੀਕਾ ਇੰਨੀਆਂ ਛੱਡ ਰਿਹਾ ਜਿੰਨੀਆਂ ਬਾਕੀ ਕਈ ਮੁਲਕਾਂ 'ਚ ਨਹੀਂ ਹੈਗੀਆਂ। ਜੀ, ਜਾਂ ਖਾਸ ਤੌਰ 'ਤੇ ਜਿਵੇਂ ਥਰਡ ਵਰਲਡ ਕੰਟਰੀ ਹੈ, ਸਾਡੇ ਇੱਧਰਲੀ ਡਿਵੈਲਪਿੰਗ ਕੰਟਰੀਜ਼ ਡਿਵੈਲਪਿੰਗ ਕੰਟਰੀਜ਼ ਹੈ, ਉਹਨਾਂ 'ਚ ਤਾਂ ਕਿਹਾ ਤਾਂ ਇਹ ਜਾਂਦਾ ਉੱਥੇ ਬਲੇਮ ਸਾਨੂੰ ਕਿਹਾ ਜਾਂਦਾ ਥਰਡ ਵਰਲਡ ਕੰਟਰੀ ਨੂੰ, ਜੀ, ਜਾਂ ਵਿਕਸਿਤ ਵਿਕਾਸਸ਼ੀਲ ਦੇਸ਼ਾਂ ਨੂੰ। ਜੀ, ਪਰ ਹਕੀਕਤ ਇਹ ਹੈ ਕਿ ਥਰਡ ਵਰਲਡ ਕੰਟਰੀ 'ਚ ਉਨੀ ਗੈਸ ਐਮਿਸ਼ਨ ਨਹੀਂ ਜਿੰਨੀ ਡਿਵੈਲਪ ਦੇਸ਼ਾਂ 'ਚ ਕੰਟਰੀਜ਼। ਜੀ, ਹੁਣ ਇਸ ਗੱਲ ਨੂੰ ਲੈ ਕੇ ਜਦੋਂ ਬਹਿਸ ਹੋਈ ਜਾਏ ਤੇ ਮਸਲਾ ਉੱਠਿਆ, ਉਸ ਤੋਂ ਟਰੰਪ ਇੱਕਦਮ ਭੜਕਾਹਟ 'ਚ ਆਏ। ਜੀ, ਉਹੀ ਵੀ ਆਪਣੇ ਆਪ ਨੂੰ ਸੁਪੀਰੀਅਰ ਸਮਝਣ ਦੀ ਜਿਹੜੀ ਪਾਲਿਸੀ ਹੈ, ਉਸ ਨੇ ਜਿਹੜਾ ਇਹ ਸਾਰਾ ਮਸਲਾ ਖੜਾ ਕੀਤਾ ਤੇ ਟਰੰਪ ਉਸ ਸਮਝੌਤੇ 'ਚ ਵਾਪਸ ਹੋ ਗਿਆ ਸੀਗਾ। ਜੀ, ਇਸ ਗੱਲ ਨੂੰ ਲੈ ਕੇ ਕੁਦਰਤੀ ਗੱਲ ਸੀ ਕਿ ਕੋਈ ਯੂਰਪੀਅਨ ਮੁਲਕ ਵੀ ਹੈ, ਦੂਜੇ ਸਾਰੇ ਮੁਲਕ ਵੀ ਹੈ, ਉਹਨਾਂ ਨੇ ਇਸ ਗੱਲ 'ਤੇ ਬੜੀ ਨਿੰਦਾ ਵੀ ਕੀਤੀ, ਆਲੋਚਨਾ ਵੀ ਹੋਈ ਟਰੰਪ ਦੀ। ਪਰ ਟਰੰਪ ਦਾ ਜਿਹੋ ਜਿਹਾ ਆਪਣਾ ਸੁਭਾਅ ਸੀ ਮੂੜਮੱਤੀ 'ਚ, ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਹੈਗੀ। ਅਤੇ ਲੱਗਦਾ ਕਿ ਬਾਈਡਨ ਨੇ ਸਭ ਤੋਂ ਪਹਿਲਾਂ ਆ ਕੇ ਸੰਸਾਰ ਦੇ ਲੋਕਾਂ ਦਾ ਧਿਆਨ ਇਸ ਗੱਲ ਖਿੱਚਿਆ ਕਿ ਅਮਰੀਕਾ ਜਿਹੜੀਆਂ ਵਾਤਾਵਰਨਕ ਤਬਦੀਲੀਆਂ, ਜਲਵਾਯੂ ਤਬਦੀਲੀਆਂ, ਉਹਨਾਂ ਪ੍ਰਤੀ ਉਨੇ ਸੁਚੇਤ ਔਰ ਚਿੰਤਾਵਾਨ ਹੈ ਜਿੰਨਾ ਬਾਕੀ ਹੋਰ ਮਸਲਿਆਂ ਬਾਰੇ। ਜੀ, ਉਹਨੇ ਕਿਹਾ ਕਿ ਅਸੀਂ ਪੈਰਿਸ ਸਮਝੌਤੇ ਦੇ ਮੈਂਬਰ ਰਹਾਂਗੇ, ਪੈਰਿਸ ਸਮਝੌਤੇ ਦੇ ਅਨੁਸਾਰ ਕੰਮ ਕਰਨ ਦਾ ਯਤਨ ਕਰਾਂਗੇ। ਜੀ, ਇਹ ਆਪਣੇ ਆਪ 'ਚ ਹੀ ਇੱਕ ਪੋਜ਼ਿਟਿਵ ਪੁਆਇੰਟ ਹੈ। ਔਰ ਹਾਂ, ਕਿ ਅਮਰੀਕਾ ਨੇ ਜਾਂ ਬਾਈਡਨ ਨੇ ਇਹ ਸਮਝ ਕੇ ਨਾ ਜਿਹੜਾ ਵੱਖ-ਵੱਖ ਮੁਲਕਾਂ ਦੀ ਯਤਨ ਹੈ ਉਹਨਾਂ ਨੂੰ ਅੱਗੇ ਵਧਾਉਣ ਇੱਕ ਸਹਾਈ ਹੋਣ ਦਾ ਉਹਨਾਂ ਨੇ ਪਰਨ ਕੀਤਾ ਹੈਗਾ। ਅੱਛਾ, ਇੱਕ ਹੋਰ ਗੱਲ ਜਿਹੜੀ ਹੈ ਪਿਛਲੇ ਦਿਨਾਂ ਤੋਂ ਨਿਊਜ਼ ਵੀ ਬਣਦੀ ਰਹੀ ਹੈ ਕਿ ਬਾਈਡਨ ਸਾਹਿਬ ਨੇ ਇਹ ਕਹਿ ਦਿੱਤਾ ਕਿ ਟਰੰਪ ਸਾਹਿਬ ਨੂੰ ਜਿਹੜੀ ਇੰਟੈਲ ਬਰੀਫਿੰਗ ਹੈ, ਜਿਹੜੀ ਇੰਟੈਲੀਜੈਂਸ ਬਰੀਫਿੰਗ ਆ, ਉਹਦੀ ਕੋਈ ਜ਼ਰੂਰਤ ਨਹੀਂ ਹੈਗੀ, ਹੁਣ ਬੰਦ ਕਰ ਦਿੱਤੀ ਹੈ ਉਹਨਾਂ ਦੇ ਐਰੈਟਿਕ ਬਿਹੇਵੀਅਰ ਦੇ ਕਰਕੇ। ਨਹੀਂ, ਉਹ ਤਾਂ ਇਸ ਤਰ੍ਹਾਂ ਨਾਲ ਦੇਖੋ, ਅਮਰੀਕਨ ਹਿਸਟਰੀ 'ਚ ਜਾਂ ਉੱਥੋਂ ਦੇ ਦਿਖੇ ਇੱਕ ਸਿਸਟਮ 'ਚ ਹੈ ਕਿ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਰਹਿ ਜਾਂਦਾ ਨਾ, ਜੀ, ਉਹ 'ਤੇ ਲੋਕਾਂ ਨੂੰ ਇੰਤਹਾ ਵਿਸ਼ਵਾਸ ਹੁੰਦਾ ਹੈ। ਜੀ, ਕਿਉਂਕਿ ਉੱਥੇ ਫਸਟ ਪਰਸਨ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਉਹ ਬੰਦਾ ਹੈ ਜਿਹੜਾ ਅਮਰੀਕਾ ਨੂੰ ਬਚਾਉਣ ਲਈ ਆਪਣੀ ਜਾਨ ਤਾਂ ਵਾਰ ਸਕਦਾ ਹੈ, ਪਰ ਅਮਰੀਕਾ ਨੂੰ ਖਤਰੇ ਨਹੀਂ ਕਦੇ ਪਾਊਗਾ। ਜੀ, ਮਤਲਬ ਇਸ ਤਰ੍ਹਾਂ ਦਾ ਪਵਿੱਤਰ ਰਿਸ਼ਤਾ ਉਹਦੇ ਨਾਲ ਰੱਖਿਆ ਜਾਂਦਾ ਹੈਗਾ। ਔਰ ਉਹ ਉਸ ਨੂੰ ਇਹੀ ਕਾਰਨ ਹੈ ਕਿ ਜਿਹੜੇ ਉਹ ਰਾਸ਼ਟਰਪਤੀ ਜਦੋਂ ਨਹੀਂ ਵੀ ਰਹਿੰਦਾ, ਉਦੋਂ ਵੀ ਉੱਥੋਂ ਦੀਆਂ ਜਿਹੜੀਆਂ ਖੁਫੀਆ ਜਾਣਕਾਰੀਆਂ ਉਹਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਜੀ, ਇਹ ਟ੍ਰੈਡੀਸ਼ਨ ਚੱਲੀ ਆ ਰਹੀ ਉਸ ਲਗਾਤਾਰ ਜੀ। ਪਰ ਟਰੰਪ ਨੇ ਪਿਛਲੇ ਦਿਨਾਂ 'ਚ ਆ ਕੇ ਖਾਸ ਤੌਰ 'ਤੇ ਜਿਵੇਂ ਉੱਥੋਂ ਦੇ ਉਪ ਰਾਸ਼ਟਰਪਤੀ ਦੇ ਦਫ਼ਤਰ ਨੂੰ ਕਹਿਣਾ ਕਿ ਇਹਨੂੰ ਸਰਟੀਫਿਕੇਸ਼ਨ ਹੀ ਨਾ ਦਿਓ ਜੀ, ਵੀ ਇਹ ਆਪਣੇ ਰਾਸ਼ਟਰਪਤੀ ਜਿੱਤ ਗਿਆ। ਫਿਰ ਕਦੀ ਕਿਸੇ ਸਟੇਟ ਜਾ ਕੇ ਉੱਥੇ ਬਗਾਵਤ ਕਰਵਾਉਣੀ, ਜੀ, ਜਾਂ ਉੱਥੋਂ ਦੇ ਜਿਹੜਾ ਮੈਨੇਜਰ ਸੀ ਵੋਟਿੰਗ ਦਾ, ਉਹਨੂੰ ਕਹਿਣਾ ਵੀ ਤੂੰ ਇਹਨੂੰ ਜੇਤੂ ਨਾ ਕਰਾਰ ਦੇ। ਜੀ, ਜੀ, ਲਾਸਟ ਫਿਰ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਲੋਕਾਂ ਨੂੰ ਬਹੁਤ ਵੱਡਾ ਭੜਕਾ ਕੇ ਉੱਥੇ ਹਮਲਾ ਕਰਵਾਇਆ। ਜੀ, ਉਹ ਦੱਸਦਾ ਹੈ ਕਿ ਟਰੰਪ ਦਾ ਜਿਹੜਾ ਵਿਵਹਾਰ ਹੈ ਉਹ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਜਾਂ ਉਸ ਤੋਂ ਇਹ ਨਹੀਂ ਸੋਚਿਆ ਜਾ ਸਕਦਾ ਕਿ ਇਹ ਬੰਦਾ ਆਪਣਾ ਖੂਨ ਵਹਾ ਸਕਦਾ ਪਰ ਦੇਸ਼ ਨੂੰ ਆਂਚ ਨਹੀਂ ਆਉਣ ਦੇਊਗਾ। ਜੀ, ਇਹ ਵਿਸ਼ਵਾਸ ਉੱਤੇ ਨਹੀਂ ਕੀਤਾ ਜਾ ਸਕਦਾ। ਇਹ ਵਿਸ਼ਵਾਸ ਹਟਣ ਕਾਰਨ ਹੀ ਜਿਹੜਾ ਉਹਨਾਂ ਨੂੰ ਖੁਫੀਆ ਜਿਹੜੀ ਜਾਣਕਾਰੀ ਦੇਣ ਤੋਂ ਵਰਜਿਤ ਕੀਤਾ ਗਿਆ। ਜੀ, ਜੀ, ਇਹ ਦੇਖਿਆ ਜਾਵੇ ਨਾ, ਕਿਸੇ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿ ਚੁੱਕੇ ਬੰਦੇ ਲਈ ਸਭ ਤੋਂ ਵੱਧ ਖਨਾਮੀ ਇਹ ਗੱਲ ਹੈ ਵਾਕਈ ਕਿ ਉਹਨੂੰ ਕਿਉਂਕਿ ਹੁਣ ਕਿੰਨੇ 100 ਸਾਲ ਹੋ ਗਏ ਉਹ ਟ੍ਰੈਡੀਸ਼ਨ ਚੱਲੀ ਆ ਰਿਹਾ ਹੈ। ਇਹ ਵੱਖਰੀ ਗੱਲ ਹੈ ਵੀ ਉਹ ਰਾਸ਼ਟਰਪਤੀ ਮੰਗਦੇ ਨਹੀਂ ਹੈਗੇ। ਵਾਕਈ ਜਦੋਂ ਰਾਸ਼ਟਰਪਤੀ ਹਟ ਜਾਂਦੇ ਨਾ, ਮੇਰੇ ਖਿਆਲ ਕੋਈ ਰੇਅਰ ਹੁੰਦੀਆਂ ਸ਼ੁਰੂ 'ਚ ਕੋਈ ਜਾਣਕਾਰੀ ਲੈ ਲਈਆਂ, ਨਹੀਂ ਆਮ ਤੌਰ 'ਤੇ ਕਹਿੰਦੇ ਕਿ ਸਾਨੂੰ ਜ਼ਰੂਰਤ ਹੈ ਨਹੀਂ। ਜੀ, ਪਰ
ਸਰਕਾਰ ਵੱਲੋਂ ਕਿਸੇ ਨੂੰ ਵਰਜਿਤ ਕਰਨਾ, ਇਹ ਲੱਗਦਾ ਕਿ ਉਹਦੇ 'ਤੇ ਬੇਵਿਸ਼ਵਾਸੀ ਹੈ। ਜੀ, ਇਸ ਪੂਰੇ ਅਮਰੀਕਾ ਦੀ ਬੇਵਿਸ਼ਵਾਸੀ ਹੈ, ਉੱਥੋਂ ਦੀ ਸਰਕਾਰ ਦੀ ਬੇਵਿਸ਼ਵਾਸੀ ਹੈ। ਇਹ ਆਪਣੇ ਆਪ 'ਚ ਹੀ ਵੱਡੀ ਵੱਡੀ ਖਨਾਮੀ ਹੈ ਜਿਹਦੀ ਉਹਦੇ 'ਤੇ ਲੱਗੀ ਹੈ, ਤਬਾਹ ਇੱਕ ਵੱਡਾ। ਜੀ। ਤੇ ਇਹ ਤਾਂ ਹੁਣ ਆਉਣ ਵਾਲੀ ਪੀੜ੍ਹੀ ਨੂੰ ਸਮਝਣਾ ਪਊਗਾ ਕਿ ਇਸ ਤਰ੍ਹਾਂ ਦਾ ਕੰਮ ਕਰੋਗੇ ਤਾਂ ਇਦਾਂ ਦਾ ਹਾਲ ਇੱਦਾਂ ਹੋਏਗਾ। ਵੈਸੇ ਟਰੰਪ ਸਾਹਿਬ ਮੰਨਣ ਤਾਂ ਇਹ ਗੱਲ ਬੜੀ ਬੇਇੱਜ਼ਤੀ ਵਾਲੀ ਹੈ, ਪਰ ਚਲੋ ਉਹ ਗੱਲ ਵੱਖਰੀ ਕਿ ਉਹ ਮੰਨਦੇ ਨਹੀਂ ਹੈਗੇ। ਸੋ ਇਹ ਸੀ ਸਾਡਾ ਅੱਜ ਦਾ ਪੰਜਾਬ ਚਰਚਾ। ਔਰ ਮੇਜਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਹਰ ਵਾਰ ਆਉਂਦੇ ਹੋ ਔਰ ਇੰਨੀਆਂ ਵੈਲਿਊਏਬਲ ਗੱਲਾਂ ਸਾਡੇ ਨਾਲ ਕਰਦੇ ਹੋ। ਮਿਹਰਬਾਨੀ ਜੀ, ਮਿਹਰਬਾਨੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।